सतनाम वाहिगुरु साहिब जी। सतनाम वाहिगुरु साहिब जी। फिरत फिरत प्रभ आया, परया तो सरनाए। नानक की प्रभ बेनती, अपनी भगति लाए। बिखै बन फीका त्याग रि सखिए, नाम महारस पियो। बिन रस चाखे बुढ़ गई सगली। सुखी न होवत जियो। मान महत ना सकत ही काई, सादा दासी छियो। नानक से दर शोभावंते, जो प्रभ अपने कियो। बेसुमार अथाह अगनत तोलै, जो बुलावो त्यो नानक दास बोले। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराए तेहा हो करी वख्यान। सतनाम वाहिगुरु साहिब जी। नह चिंता मात पित भ्रातः, नह चिंता कछ लोक कह। नह चिंता मात पित भ्रातः, नह चिंता कछ लोक कह। नह चिंता बनिता सुत मीतः, पर विरत माया सन बंधनः। दयाल एक भगवान पुरखः, नानक सर्ब जीय प्रतिपालकः। दयाल एक भगवान पुरखः, नानक सर्ब जीय प्रतिपालकः। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वशल दीनानाथ, दीन बंधु, दीन प्रतिपालक, दीन दर्द निवारक, दीन कृतज्ञ, दीन करुणामय सतगुरु श्री गुरु ग्रंथ साहिब जी दीन दयाल पातशाह, तिन्हां दी अपार मिहरामत है, दया कृपा बख्शिश है, जो सानू सब नूं सतसंगत रूप विच सतगुरु साहिब जी ने अपनी पावन पवित्र हजूरी दे विच
ਆਪਣੇ ਮਨੁੱਖਾ ਜੀਵਨ ਦੀ ਸਫਲਤਾ ਦੇ ਲਈ ਆਪਣੇ ਅੰਤਰ-ਆਤਮੇ ਦੇ ਵਿੱਚ ਗੁਰ ਸ਼ਬਦ ਦੇ ਪ੍ਰਕਾਸ਼ ਲਈ ਸੰਸਾਰ ਦੀ ਇਸ ਵਿਖਿਆ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਰਸੀ ਜੀਵਨ ਕਮਾਉਣ ਦੇ ਲਈ ਪਦਾਰਥਾਂ ਦੀ ਅੰਨੀ ਹੋੜ ਦੇ ਵਿੱਚ ਨਾਮ ਧਨ ਇਕੱਤਰਿਤ ਕਰਨ ਦੇ ਲਈ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਅਵਸਰ ਬਖਸ਼ਿਸ਼ ਕੀਤਾ ਹੈ। ਬੜੇ ਸੁਭਾਗਸ਼ਾਲੀ ਹਾਂ ਜੋ ਆਪਣੇ ਨੇਤਰਾਂ ਦੁਆਰਾ ਗੁਰੂ ਕੇ ਦਰਸ਼ਨ ਕਰਦਿਆਂ ਹੋਇਆਂ ਕੰਨਾਂ ਦੁਆਰਾ ਗੁਰੂ ਕੀ ਮਹਿਮਾ ਸਿਫਤ ਸਲਾਹ ਬਾਣੀ ਦਾ ਗਾਇਨ ਸ਼ਰਵਣ ਕਰਕੇ ਔਰ ਅੰਤਰ ਹਿਰਦੇ ਵਿੱਚ ਵਿਚਾਰ ਕਰਕੇ ਚਿੰਤਨ ਕਰਕੇ ਮਨਨ ਕਰਕੇ ਸਤਿਗੁਰੂ ਕੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਗੁਰਮੁਖਾਂ ਦੀ ਨਿਆਈ ਆਪਣੇ ਮਨੁੱਖਾ ਜੀਵਨ ਨੂੰ ਸਕਾਰਥਾ ਕਰਨ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਕੀ ਅਪਾਰ ਮਿਹਰਮਤ ਹੈ। ਪਾਵਨ ਬਾਣੀ ਦੀ ਆਪ ਜੀ ਲੜੀਵਾਰ ਵਿਆਖਿਆ ਸਰਵਣ ਕਰ ਰਹੇ ਹੋ। ਪਾਵਨ ਲੜੀਵਾਰ ਬਾਣੀ ਦੀ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਹ ਚਿੰਤਾ ਮਾਤ ਪਿਤ ਭਰਤ ਨਹ ਚਿੰਤਾ ਕਛ ਲੋਕ ਕਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਸ਼ਲੋਕ ਸਹਿਸਕ੍ਰਿਤੀ ਦੀ ਪਾਵਨ ਲੜੀਵਾਰ ਵਿਆਖਿਆ ਸਤਿਗੁਰੂ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਕੇ ਨਵਾਜ ਰਹੇ ਹਨ। ਸਤਿਗੁਰੂ ਸਾਹਿਬ ਜੀ ਦੇ ਇਸ ਪਾਵਨ ਬਾਣੀ ਦੇ 67 ਸ਼ਲੋਕਾਂ ਦੇ ਵਿੱਚ ਹਰੇਕ ਸ਼ਲੋਕ ਸਾਡੇ ਜੀਵਨ ਦੇ ਨਾਲ ਇਸ ਤਰ੍ਹਾਂ ਇੱਕਮਿਕ ਹੈ। ਸਾਡੀ ਮੱਤ ਬੁੱਧ ਨੂੰ ਰਚਨਾਉਣ ਦਾ ਇਤਨਾ ਵੱਡਾ ਪ੍ਰਕਾਸ਼ ਦਾ ਸੋਮਾ ਹੈ ਕਿ ਇਸ ਬਾਣੀ ਦੀ ਵਿਚਾਰ ਸਾਡੇ ਜੀਵਨ ਨੂੰ ਪੂਰਨ ਸ਼ਰਵਣ ਕਰੇ ਤਾਂ ਜੀਵਨ ਨੂੰ ਇੱਕ ਇਸ ਤਰ੍ਹਾਂ ਦਾ ਭਰਪੂਰ ਸਿੱਕੇਬੱਧ ਨਿਸ਼ਚਿਤਬੱਧ ਗਿਆਨ ਦਾ ਬਿਰਤਾਂਤ ਉਪਲਬਧ ਕਰਵਾ ਦੇਗੀ ਕਿ ਮਨੁੱਖ ਦੇ ਮਨ ਦਾ ਕੋਈ ਭਰਮ ਰਹਿ ਨਹੀਂ ਜਾਏਗਾ। ਤਾਂ ਇੱਕ ਸਾਡੀ ਪਰੰਪਰਾ ਦੇ ਵਿੱਚ ਇਸ ਤਰ੍ਹਾਂ ਦਾ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਪਹਿਲਾਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਤਾਂ ਜਿਤਨੇ ਸਮੇਂ ਤੱਕ ਭਾਵ ਕਿ ਦੁਸਹਿਰੇ 'ਤੇ ਅੰਮ ਕਰਕੇ ਉਹਦੇ ਭੋਗ ਦਾ ਅੰਤਮ ਅਰਦਾਸ ਸਾਧਕ ਦਾ ਸਮਾਗਮ ਹੁੰਦਾ ਸੀ, ਉਸ ਹਿਸਾਬ ਦੇ ਨਾਲ 7 ਦਿਨ ਮਤਲਬ ਕਿ 10 ਦਿਨ ਉਸ ਪ੍ਰਾਣੀ ਦੇ ਘਰ 7 ਸ਼ਲੋਕਾਂ ਦੀ ਵਿਆਖਿਆ ਰੋਜ਼ਾਨਾ ਹੁੰਦੀ ਸੀ। ਤਾਂ ਇੱਕ ਗੁਰਸਿੱਖਾਂ ਦਾ ਵਿਸ਼ਵਾਸ ਸੀ ਕਿ ਇਸ ਬਾਣੀ ਦੀ ਵਿਚਾਰ ਦੇ ਕਰਨ ਦੇ ਨਾਲ ਜੇ ਮਨੁੱਖ ਇਕਾਗਰ ਹੋ ਕੇ ਲਿਵਲੀਨ ਹੋ ਕੇ ਵਿਚਾਰ ਸ਼ਰਵਣ ਕਰੇ, ਵਿਛੜੇ ਹੋਏ ਪ੍ਰਾਣੀ ਦਾ ਵੀ ਮਮਤਾ ਤੋਂ ਮੋਹ ਮਮਤਾ ਤੋਂ ਛੁਟਕਾਰਾ ਹੁੰਦਾ ਹੈ। ਪਰਿਵਾਰ ਵਾਲਿਆਂ ਨੂੰ ਵੀ ਬਾਣੀ ਦਾ ਧਰਵਾਸ ਧੀਰਜ ਉਪਜਦਾ ਹੈ ਅਤੇ ਉਹ ਭਾਣੇ ਨੂੰ ਮੰਨਣ ਦੇ ਯੋਗ ਹੁੰਦੇ ਹਨ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਆਪ ਜੀ ਲੜੀਵਾਰ ਬਾਣੀ ਦੀ ਵਿਆਖਿਆ ਸ਼ਰਵਣ ਕਰ ਰਹੇ ਹੋ। ਸਤਿਗੁਰੂ ਸਾਹਿਬ ਜੀ 15ਵੇਂ ਸ਼ਲੋਕ ਦੀ ਆਰੰਭਤਾ 'ਤੇ ਬਖਸ਼ਿਸ਼ ਕਰਦੇ ਹਨ। ਨਹ ਚਿੰਤਾ ਮਾਤ ਪਿਤ ਭਰਤ ਨਹ ਚਿੰਤਾ ਕਛ ਲੋਕ ਕਹ। ਜੇ ਮਨੁੱਖ ਦੇ ਜੀਵਨ ਦੀ ਵਿਚਾਰ ਕਰੀਏ ਤਾਂ ਜੋ ਅਕਾਲ ਪੁਰਖ ਸਿਰਜਣਹਾਰ ਜਦੋਂ ਇਸ ਮਨੁੱਖ ਦੇ ਜੀਵਨ ਨੂੰ ਪੈਦਾ ਕਰਦਾ ਹੈ, ਸਰੀਰਕ ਸਮਰੱਥਾ ਮਿਲਦੀ ਹੈ, ਬੁੱਧੀ ਦਾ ਤਾਣ ਮਿਲਦਾ ਹੈ, ਦੇਹ ਦੇ ਵਿੱਚ ਬਲ ਦੇ ਅਨੇਕਾਂ ਪ੍ਰਸਾਰ ਕਿਰਿਆਸ਼ੀਲ ਗਤੀਸ਼ੀਲ ਹੁੰਦੇ ਨੇ, ਪਰ ਉੱਥੇ ਇੱਕ ਹੋਰ ਵੀ ਮਨੁੱਖ ਦੀ ਸਮਰੱਥਾ ਹੈ ਸੋਚਣ ਦੀ, ਕਲਪਣ ਦੀ, ਕਿ ਮਨੁੱਖ ਅਦ੍ਰਿਸ਼ ਬਾਰੇ ਅਣਦੇਖੇ ਬਾਰੇ ਸੋਚ ਸਕਦਾ, ਚਿਤਵ ਸਕਦਾ ਹੈ। ਜਿਸ ਚੀਜ਼ ਕਦੀ ਜਿਹੜਾ ਰੂਪ ਇਹਦੇ ਸਾਹਮਣੇ ਨਹੀਂ ਵੀ ਪ੍ਰਗਟਿਆ ਉਸ ਦੀ ਕਲਪਨਾ ਕਰ ਸਕਦਾ। ਇਹ ਮਨੁੱਖੀ ਬੁੱਧੀ ਦਾ ਇੱਕ ਪ੍ਰਾਰੰਭਿਕ ਗੁਣ ਹੈ ਜਿਹੜਾ ਇਸ ਨੂੰ ਸੁੱਤੇ ਸਿੱਧ ਕੁਦਰਤੀ ਬਖਸ਼ਿਸ਼ ਰੂਪ ਦੇ ਵਿੱਚ ਮਿਲਦਾ ਹੈ। ਪਰ ਇਸ ਤੋਂ ਅਗਲਾ ਸਿਲਸਿਲਾ ਕਿ
ਇਹ ਦੋਵੇਂ ਜਿਹੜੇ ਗੁਣ ਮਿਲੇ ਹੋਏ ਹਨ ਬੁੱਧੀ ਦੇ ਤਲ 'ਤੇ ਕਿ ਸੋਚਣ ਦਾ ਅਤੇ ਕਲਪਨਾ ਕਰਨ ਦਾ, ਇਹ ਮਨੁੱਖ ਦੇ ਜੀਵਨ ਨੂੰ ਇੱਕ ਖਾਸ ਤਰ੍ਹਾਂ ਦਾ ਆਧਾਰ ਉਪਲਬਧ ਕਰਵਾਉਂਦੇ ਨੇ, ਜਿਹਦੇ ਨਾਲ ਮਨੁੱਖ ਦੇ ਜੀਵਨ ਦਾ ਸੰਤੁਲਨ ਬਣਿਆ ਰਹੇ। ਪਰ ਦੇਖਣ 'ਚ ਆਉਂਦਾ ਹੈ ਕਿ ਬਹੁਤੀ ਵਾਰੀ ਇਹਨਾਂ ਦਾ ਠੀਕ ਪ੍ਰਯੋਗ ਨਾ ਕਰਨ ਕਰਕੇ ਮਨੁੱਖ ਇਹਨਾਂ ਗੁਣਾਂ ਨੂੰ ਹੀ ਇੱਕ ਦੁੱਖ ਦੇ ਰੂਪ ਵਿੱਚ ਪਰਿਵਰਤਿਤ ਕਰ ਲੈਂਦਾ ਹੈ ਅਤੇ ਉਸ ਨੂੰ ਅਸੀਂ ਨਾਮ ਦਿੰਦੇ ਹਾਂ ਚਿੰਤਾ। ਤਾਂ ਇਸੇ ਪ੍ਰਕਾਰ ਚਿੰਤਾ ਸ਼ਬਦ ਵੀ ਇਸ ਤਰ੍ਹਾਂ ਹੀ ਬਣਿਆ ਕਿ ਜਦੋਂ ਬਹੁਤ ਜ਼ਿਆਦਾ ਮਨੁੱਖ ਚਿੰਤਨ ਵਿਚਾਰਨ ਕਰਨ ਲੱਗ ਪੈਂਦਾ ਹੈ ਤਾਂ ਫਿਰ ਉਸ ਵਿਚਾਰ ਦੇ ਵਿੱਚ ਇੰਨਾ ਖੋ ਜਾਂਦਾ ਜਾਂ ਉਸ ਵਿਚਾਰ ਦੀ ਗੰਭੀਰਤਾ ਜਾਂ ਉਹਦਾ ਡੂੰਘਾਈ ਮਨੁੱਖ ਨੂੰ ਇੰਨਾ ਗੰਭੀਰ ਪਛੇਮਾਨ ਕਰ ਦਿੰਦੀ ਹੈ ਕਿ ਫਿਰ ਉਹਦੇ ਲਈ ਆਮ ਸਤਰ ਦਾ ਜੀਵਨ ਜਿਉਣਾ ਮੁਸ਼ਕਿਲ ਹੋ ਜਾਂਦਾ। ਇਸ ਕਰਕੇ ਚਿੰਤਾ ਦੇ ਇੱਕ ਅਰਥ ਸ਼ੋਕਪੂਰਨ ਵਿਚਾਰ ਵੀ ਕੀਤੇ ਜਾਂਦੇ ਨੇ ਕਿ ਦੁੱਖ ਦੇ ਵਿਚਾਰਾਂ ਦਾ ਹਰ ਵੇਲੇ ਸੋਚੀ ਜਾਣਾ, ਉਹਨਾਂ ਨੂੰ ਮਹਿਸੂਸ ਕਰੀ ਜਾਣਾ, ਇਹ ਵੀ ਚਿੰਤਾ ਦਾ ਇੱਕ ਪੱਧਰ ਹੈ। ਔਰ ਸਭ ਤੋਂ ਪਹਿਲਾਂ ਇਸ ਵਿਸ਼ੇ ਦੇ ਆਰੰਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ। ਹੁਣ ਪਹਿਲਾ ਪ੍ਰਸ਼ਨ ਹੁੰਦਾ ਹੈ ਕਿ ਚਿੰਤਾ ਉਪਜਦੀ ਕਿਉਂ ਆ, ਚਿੰਤਾ ਦੇ ਉਪਜਣ ਦਾ ਕਾਰਨ ਕੀ ਹੈ। ਅਤੇ ਇਸ ਨੂੰ ਬੜੇ ਹੀ ਸਰਲ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੱਲ ਕੀਤਾ ਹੈ ਕਿ ਜਦੋਂ ਮਨੁੱਖ ਅਕਾਲ ਪੁਰਖ ਦੇ ਨੇਮ ਤੋਂ ਜਾਣੂ ਨਹੀਂ ਹੁੰਦਾ, ਜਦੋਂ ਉਹਦੇ ਅੰਦਰੋਂ ਇਹ ਵਿਸ਼ਵਾਸ, ਇਹ ਗਿਆਨ ਵਿਚਾਰ ਉੱਠ ਜਾਂਦੀ ਹੈ ਕਿ ਉਹ ਦਾਤਾਰ ਹੈ, ਪ੍ਰਤਪਾਲਕ ਹੈ, ਜਾਂ ਇਹ ਉਹਦੇ ਅੰਦਰੋਂ ਗਿਆਨ ਵਿਲੁਪਤ ਹੋ ਜਾਂਦਾ ਹੈ ਕਿ ਇਸ ਜਗਤ ਦੇ ਵਿੱਚ ਹਰੇਕ ਕਿਣਕੇ ਦਾ ਜੀਵਨ, ਹਰੇਕ ਕਿਣਕੇ ਦੀ ਕਿਰਿਆ ਉਸ ਅਕਾਲ ਪੁਰਖ ਨੇ ਆਪਣੇ ਹੁਕਮੀ ਨੇਮ ਭਾਉ ਦੇ ਵਿੱਚ ਨਿਰਧਾਰਤ ਕਰਕੇ ਰੱਖੀ ਹੈ ਅਤੇ ਸਾਡਾ ਚਿਤਵਿਆ, ਸਾਡਾ ਕਲਪਿਆ ਕੁਝ ਨਹੀਂ ਚੱਲ ਸਕਦਾ। ਇਸ ਉੱਤੇ ਸਿੱਧ ਸਾਰੇ ਸੰਸਾਰ ਦਾ ਨੇਮ ਇਉਂ ਹੀ ਚੱਲ ਰਿਹਾ ਹੈ। ਇਸ ਪ੍ਰਕਾਰ ਜਦੋਂ ਮਨੁੱਖ ਅਕਾਲ ਪੁਰਖ ਸਿਰਜਣਹਾਰ ਦੇ ਵਿਆਪਕ ਨੇਮਾਂ ਤੋਂ, ਉਹਦੇ ਜਿਤਨੀ ਸੰਸਾਰ ਵਿੱਚ ਉਹਦੀ ਕਿਰਪਾ ਰੂਪ ਪਸਾਰ ਚੱਲਦਾ ਹੈ, ਜਦੋਂ ਉਹਦੇ ਤੋਂ ਨਾਵਾਕਿਫ ਹੋ ਜਾਂਦਾ ਹੈ ਤਾਂ ਉਹ ਚੀਜ਼ਾਂ ਦੇ ਵਰਤਾਰਿਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ। ਔਰ ਇਸ ਦੇ ਨਾਲ ਹੀ ਮਨੁੱਖ ਦੀ ਹਸਤੀ ਇੰਨੀ ਕੁ ਨਗੂਣੀ ਹੈ, ਅਲਪ ਹੈ ਕਿ ਇਹ ਚਿੰਤਨ ਤਾਂ ਬੜਾ ਕਰ ਸਕਦਾ ਪਰ ਉਸ ਚੀਜ਼ ਦੇ ਵਰਤਾਰੇ ਨੂੰ ਅੰਸ਼ ਮਾਤਰ ਵੀ ਬਦਲ ਦੇਵੇ, ਇਸ ਦੀ ਸਮਰੱਥਾ ਨਹੀਂ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸਰਲ ਹੱਲ ਦੱਸਿਆ ਹੈ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਆਮ ਕਰਕੇ ਸੰਸਾਰ ਦੇ ਵਿੱਚ ਕੋਈ ਨੌਜਵਾਨ ਬੱਚਾ ਚੜ੍ਹਾਈ ਕਰ ਜਾਏ ਨਾ ਤਾਂ ਲੋਕ ਸ਼ੋਕ ਵੀ ਕਰਨਗੇ, ਵਿਰਲਾਪ ਵੀ ਕਰਨਗੇ ਅਤੇ ਨਾਲ ਇੱਕ ਵਾਕ ਵੀ ਦੁਹਰਾਉਣਗੇ ਕਿ ਅਨਹੋਣੀ ਹੋਈ ਹੈ, ਅਨਹੋਣੀ ਦੀ ਮਾਰ ਵੱਜੀ ਹੈ। ਤਾਂ ਹੁਣ ਕੀ ਹੈ, ਹੁਣ ਉੱਥੇ ਇਹ ਵਾਕ ਤਾਂ ਕਿਹਾ ਜਾ ਰਿਹਾ, ਇੱਕ ਤਾਂ ਦੁੱਖ ਹੈ, ਸੁਭਾਵਿਕ ਹੈ, ਦੁੱਖ ਹੈ। ਦੁੱਖ ਦੇ ਵਿੱਚ ਕਈ ਵਾਰੀ ਸਪਸ਼ਟ ਵਾਕ ਨਹੀਂ ਵੀ ਮਨੁੱਖ ਕਹਿੰਦਾ, ਪਰ ਫਿਰ ਵੀ ਜੇ ਦੁੱਖ ਹੈ ਤਾਂ ਦੁੱਖ ਤਾਂ ਸਗੋਂ ਹੋਰ ਸੁਚੇਤ ਕਰਦਾ ਹੈ। ਹੁਣ ਉੱਥੇ ਇਸ ਨੇਮ ਦਾ ਗਿਆਨ ਵਿਸਰ ਗਿਆ ਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਦਿਕੈ ਕਾਲ, ਕਿ ਹੁਣ ਉਪਜਿਆ ਸੀ, ਇਸ ਦੇ ਜੀਵਨ ਦਾ ਆਰੰਭ ਹੋਇਆ, ਜੀਵਨ ਦੇ ਕਿਸ ਪੜਾਅ 'ਤੇ ਜਾ ਕੇ ਇਹਦੇ ਜੀਵਨ ਦੀ ਸਮਾਪਤੀ ਹੋਣੀ ਹੈ, ਇਹ ਨਾ ਅਸੀਂ ਜਾਣਦੇ ਹਾਂ, ਨਾ ਪੈਦਾ ਹੋਣ ਵਾਲਾ ਜਾਣਦਾ ਹੈ। ਇਸ ਕਰਕੇ ਜਦੋਂ ਉਹ ਹੁਕਮ ਨੇਮ ਵਾਪਰ ਗਿਆ ਤਾਂ ਅਸੀਂ ਉਸ ਨੂੰ ਅਨਹੋਣੀ ਦਾ ਨਾਮ ਦੇ ਦਿੱਤਾ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਵੇ। ਕੁਝ ਐਸਾ ਦੱਸੋ ਤਾਂ ਸਹੀ ਸੰਸਾਰ ਦੇ ਵਿੱਚ ਜਿਹੜਾ ਅਨਹੋਣਾ ਹੈ। ਹੁਣ ਆਪ ਜੀ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਵਰਣਨ ਸ਼ਰਵਣ ਕੀਤਾ ਸੀ, ਜਨਮੰ ਤਾਂ ਮਰਣੰ, ਜਨਮ ਹੋਇਆ ਹੈ ਤਾਂ ਮਰਨਾ ਵੀ ਨਿਸ਼ਚਿਤ ਹੈ। ਅੱਜ ਖੁਸ਼ੀ ਦਾ ਆਲਮ ਮਿਲ ਰਿਹਾ ਹੈ, ਕੱਲ੍ਹ ਨੂੰ ਇਹ ਖੁਸ਼ੀ ਦੁੱਖ ਦੇ ਵਿੱਚ ਵੀ ਬਦਲ ਸਕਦੀ ਹੈ। ਅੱਜ ਭੋਗਾਂ ਕਰਕੇ ਸਰੀਰ ਨੂੰ ਬੜੇ ਰਸ ਆ ਰਹੇ ਨੇ, ਕੱਲ੍ਹ ਨੂੰ ਇਹੀ ਭੋਗ ਰੋਗ ਬਣ ਸਕਦੇ ਨੇ। ਅੱਜ ਰਾਜ ਕਰਕੇ ਬਹੁਤ ਲੋਕਾਈ ਸਜਦੇ ਕਰਦੀ ਹੈ, ਸਲਾਮਾਂ ਕਰਦੀ ਹੈ, ਕੱਲ੍ਹ ਨੂੰ ਕਿਤੇ ਰਾਜ ਭਾਗ ਖੁੱਸ ਗਿਆ ਤਾਂ ਇਹ ਬਾਤ ਵੀ ਨਹੀਂ ਪੁੱਛਣਗੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਅੱਜ ਦੇ ਪਾਵਨ ਸ਼ਲੋਕ ਦੁਆਰਾ ਇਹ ਭਾਵ ਦ੍ਰਿੜ ਕਰਵਾ ਰਹੇ ਹਨ ਕਿ ਜੀਵਨ ਦੇ ਵਿੱਚ ਕੁਝ ਵੀ ਅਨਹੋਣਾ ਨਹੀਂ ਹੈ। ਇਸ ਕਰਕੇ ਚਿੰਤਾ ਤੋਂ ਛੁਟਕਣ ਦਾ ਪਹਿਲਾ ਹੀ ਸਾਧਨ ਇਹ ਹੈ ਕਿ ਮਨੁੱਖ ਇਹ ਸਮਝ ਲਵੇ ਵੀ ਕੁਝ ਵੀ ਅਨਹੋਣਾ ਨਹੀਂ ਹੈ। ਜਾਂ ਗੁਰੂ ਸੁਖਮਨੀ ਸਾਹਿਬ ਦੀ ਬਾਣੀ ਨੇ ਸਾਡੇ ਭਾਵ ਦ੍ਰਿੜ ਕਰਵਾਏ ਨੇ, ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ, ਕਿ ਜੋ ਹੁਣ ਉਦਾਹਰਨ ਦੇ ਤੌਰ 'ਤੇ
ਜਿਵੇਂ ਅੱਜ ਦਾ ਸਮਾਂ ਹੈ, ਕਿਤਨੇ ਮਨੁੱਖ ਆਪਣੀਆਂ ਸੋਚਾਂ ਦੇ ਘੋੜੇ ਦੌੜਾ ਰਹੇ ਨੇ ਕਿ ਸ਼ਾਇਦ ਐਂ ਹੋ ਜਾਵੇ, ਐਂ ਹੋ ਜਾਵੇ। ਪਤਾ ਨਹੀਂ ਇਹ ਸਿਲਸਿਲਾ ਕਿਵੇਂ, ਕਿਸ ਢੰਗ ਨਾਲ, ਕਿਸ ਰੂਪ ਦੇ ਵਿੱਚ ਸਿਮਟੇਗਾ। ਸਾਡੀਆਂ ਸੋਚਾਂ ਦਾ ਇਹਦੇ ਵਿੱਚ ਭੱਜਣਾ, ਇਹਦੇ ਮਗਰ ਦੌੜ ਲਗਾਉਣੀ ਆਪਣੇ ਆਪ ਦੇ ਵਿੱਚ ਵਿਅਰਥ ਹੈ। ਤਾਂ ਗੁਰੂ ਸਾਹਿਬ ਜੀ ਚਿੰਤਾ ਦੇ ਨੁਕਤੇ ਨੂੰ ਮੁੱਖ ਰੱਖ ਕੇ ਸਾਨੂੰ ਅੱਜ ਦੇ ਪਾਵਨ ਸ਼ਲੋਕ ਦੁਆਰਾ ਫਰਮਾਨ ਕਰ ਰਹੇ ਹਨ, ਨਹਿ ਚਿੰਤਾ ਮਾਤ ਪਿਤ ਭਰਤ ਹੈ। ਕਿਸੇ ਪ੍ਰਕਾਰ ਕਰਕੇ ਵੀ ਮਾਤ ਪਿਤ ਭਰਤ ਭਾਵ ਕਿ ਮਾਤਾ, ਪਿਤ ਭਾਵ ਪਿਤਾ, ਭਰਤ ਭਾਵ ਭਰਾ ਆਦਿਕ ਸੰਬੰਧੀ, ਨਹ ਚਿੰਤਾ ਕਾ ਸ਼ਲੋਕ ਕਹਿੰਦੇ ਨਾ ਹੀ ਇਹਨਾਂ ਸੰਬੰਧੀਆਂ ਦੀ ਚਿੰਤਾ ਕਰਨੀ ਜਾਇਜ਼ ਹੈ, ਨਾ ਹੀ ਕੁਛ ਲੋਕਾਂ ਦੇ ਕਹੇ ਅਨੁਸਾਰ ਜੋ ਕਹਿਆ ਸੁਣਿਆ ਜਾਂਦਾ ਹੈ ਉਹਦੀ ਚਿੰਤਾ ਕਰਨੀ ਵੀ ਵਿਅਰਥ ਹੈ। ਇਸੇ ਕਰਕੇ ਸਤਿਗੁਰੂ ਹੁਣ ਚਿੰਤਾ ਦੇ ਉਪਜਣ ਦਾ ਗੁਰਬਾਣੀ 'ਚ ਇੱਕ ਕਾਰਨ ਹੋਰ ਵੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰਮੰਤਾ। ਇੱਕ ਦੇ ਕੋਲ ਬਹੁਤ ਧਨ ਹੈ, ਸੰਪੱਤੀ ਹੈ, ਉਹ ਇਸ ਕਰਕੇ ਚਿੰਤਤ ਹੈ ਕਿ ਇਹਦਾ ਯੋਗ ਵਾਰਸ ਮਿਲ ਜਾਏ। ਜੇ ਯੋਗ ਵਾਰਸ ਨਹੀਂ ਤਾਂ ਘੱਟੋ ਘੱਟ ਇਸ ਧਨ ਨੂੰ ਕੋਈ ਆਂਚ ਨਾ ਆਵੇ, ਇਸ ਕਰਕੇ ਚਿੰਤਤ ਹੈ। ਇੱਕ ਇਸ ਕਰਕੇ ਚਿੰਤਤ ਹੈ ਕਿ ਮੇਰੇ ਪਾਸ ਅਜੇ ਤੱਕ ਧਨ ਆਇਆ ਨਹੀਂ, ਮੇਰੇ ਜੀਵਨ ਦੀਆਂ ਲੋੜਾਂ ਵੀ ਪੂਰੀ ਤਰ੍ਹਾਂ ਨਹੀਂ ਚੱਲ ਰਹੀਆਂ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਇਹ ਦੋਵੇਂ ਹੀ ਚਿੰਤਾ ਦੇ ਵਿੱਚ ਮਗਦੇ ਰਹਿਣਗੇ। ਤਾਂ ਹੁਣ ਇਹਦਾ ਹੱਲ ਕੀ ਦੱਸਿਆ, ਦੋਹੂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ, ਕਿ ਜਿਹੜਾ ਇਹਨਾਂ ਦੋਵਾਂ ਤੋਂ ਉੱਪਰ ਉੱਠ ਗਿਆ। ਇਸੇ ਪ੍ਰਕਾਰ ਕਹਿੰਦੇ ਕੋਈ ਜਗਿਆਸੂ ਕਿਸੇ ਮਹਾਤਮਾ ਦੇ ਕੋਲ ਗਿਆ, ਕਹਿੰਦਾ ਕਿਹਾ ਜਾਂਦਾ ਹੈ ਕਿ ਚਿੰਤਾ ਚਿਤਾ ਸਮਾਨ ਹੈ, ਮੈਨੂੰ ਇਹਦਾ ਪ੍ਰਤੱਖ ਪ੍ਰਮਾਣ ਦਿਖਾਓ। ਅਤੇ ਉਹ ਮਹਾਤਮਾ ਕਹਿਣ ਲੱਗਾ ਕਿ ਕੋਈ ਨਾ ਤੈਨੂੰ ਦੇਵਾਂਗਾ ਪ੍ਰਮਾਣ, ਕੁਝ ਦਿਨ ਰੁਕ ਜਾ। ਕਹਿੰਦਾ 2-3 ਦਿਨ ਬਾਅਦ ਆਈ। 2-3 ਦਿਨ ਬਾਅਦ ਆਇਆ। ਮਹਾਤਮਾ ਕਹਿਣ ਲੱਗਾ ਕਿ ਤੂੰ ਕਿਸ ਰਸਤੇ ਰਾਹੀਂ ਆਉਨਾ? ਕਹਿੰਦਾ ਫਲਾਣੇ ਨਗਰ ਦੇ ਵਿੱਚੋਂ ਲੰਘ ਕੇ ਆਉਨਾ। ਕਹਿੰਦਾ ਜਿਸ ਰਸਤੇ ਵਿੱਚੋਂ ਲੰਘ ਕੇ ਆਉਨਾ ਉਸ ਰਸਤੇ ਦੇ ਵਿੱਚ ਇੱਕ ਜਗ੍ਹਾ ਸੱਪਾਂ ਦੀਆਂ 2-3 ਬੜੀਆਂ ਭਾਰੀ ਵਰਮੀਆਂ ਨੇ, ਥਾਂ ਟਿਕਾਣੇ ਨੇ, ਧਿਆਨ ਨਾ ਆਇਆ ਕਰ, ਹੋ ਸਕਦਾ ਕਿਤੇ ਤੈਨੂੰ ਕੋਈ ਸੱਪ ਡੰਗ ਨਾ ਲਵੇ, ਕਿਤੇ ਫੁੰਕਾਰਾ ਆਦਿਕ ਮਾਰ, ਅਜਗਰ ਬੜੇ ਭਾਰੀ ਰਹਿੰਦੇ ਨੇ, ਧਿਆਨ ਨਾ ਆਇਆ ਕਰ। ਉਹਦੇ ਅੰਦਰ ਇਹ ਖਿਆਲ ਪਾ ਦਿੱਤਾ ਗਿਆ। ਹੌਲੀ ਹੌਲੀ ਉਹ ਮਨੁੱਖ ਖਿਆਲ ਅੰਦਰ ਚਲਿਆ ਗਿਆ, ਬਹੁਤ ਜ਼ਿਆਦਾ ਸੋਚਣ ਲੱਗ ਪਿਆ। ਅੱਗੇ ਆਉਂਦਾ ਸੀ ਆਪਣੀ ਮਸਤੀ ਦੇ ਵਿੱਚ, ਫਿਕਰ ਨਹੀਂ ਸੀ ਕਰਦਾ ਕਿ ਰਸਤੇ ਵਿੱਚ ਕੋਈ ਮੁਸ਼ਕਿਲ ਵੀ ਹੈਗੀ ਹੈ। ਹੁਣ ਆਉਂਦਾ ਦੇਰੀ ਹੋ ਜਾਂਦੀ ਹੈ, ਘਬਰਾਉਂਦਾ ਰਹਿੰਦਾ ਹੈ। ਪਹਿਲਾਂ ਆਉਂਦਾ ਸੀ ਚਿਹਰਾ ਖਿੜਿਆ ਹੁੰਦਾ ਸੀ, ਹੁਣ ਆ ਕੇ ਉਸ ਮਹਾਤਮਾ ਕੋਲ ਬਹਿੰਦਾ ਹੈ, ਬੜਾ ਡਰਿਆ ਭੈ ਭੀਤ ਜਿਹਾ ਰਹਿੰਦਾ ਹੈ। ਤਾਂ ਆਖਰ 20-25 ਦਿਨ ਮਹਾਤਮਾ ਕਹਿਣ ਲੱਗਾ ਤੇਰਾ ਚਿਹਰਾ ਉਤਰਿਆ ਹੁੰਦਾ ਜਦੋਂ ਤੂੰ ਸੁਬਾਹ ਆਉਣਾ ਹੈ, ਦਿਨ ਚੜ੍ਹੇ ਅੰਮ੍ਰਿਤ ਵੇਲੇ, ਕੀ ਗੱਲ ਹੈ? ਕਹਿੰਦਾ ਕਿ ਤੁਹਾਡੇ ਕਹੇ ਅਨੁਸਾਰ ਜਿਸ ਰਸਤੇ ਤੋਂ ਮੈਂ ਗੁਜ਼ਰਦਾ ਹਾਂ, ਤੁਸੀਂ ਕਿਹਾ ਕਿ ਉੱਥੇ ਸੱਪ ਆਦਿਕ ਅਜਗਰ ਰਹਿੰਦੇ ਨੇ, ਕਿਤੇ ਤੈਨੂੰ ਡੱਸ ਨਾ ਲੈਣ, ਇਸ ਕਰਕੇ ਕਹਿੰਦਾ ਹਨੇਰਾ ਹੁੰਦਾ ਹੈ, ਕਿਉਂਕਿ ਅੰਮ੍ਰਿਤ ਵੇਲੇ ਹਨੇਰਾ ਹੁੰਦਾ ਹੈ। ਤਾਂ ਕਹਿੰਦਾ ਮੈਂ ਹਨੇਰੇ ਵਿੱਚ ਬੜੀ ਇਹਤਿਆਤੀ ਨਾਲ ਕਦਮ ਰੱਖਦਾ ਹੁੰਦਾ, ਕਿਤੇ ਮੈਨੂੰ ਵਕਤ ਦੇ ਵਿੱਚ ਨਾ ਡੱਸ ਲੈਣ। ਇਸ ਕਰਕੇ ਉੱਥੇ ਕਈ ਵਾਰੀ ਕਾਲੇ ਕਦਮਾਂ ਦੇ ਨਾਲ ਚੱਲਣਾ ਪੈਂਦਾ ਹੈ, ਸਾਹ ਚੜ੍ਹ ਜਾਂਦਾ, ਥੋੜ੍ਹਾ ਮਨ 'ਚ ਭੈ ਵਿਆਪ ਜਾਂਦਾ ਹੈ, ਇਸ ਕਰਕੇ ਥੋੜ੍ਹੀ ਸਰੀਰਕ ਹਾਲਤ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ। ਹੁਣ ਮਹਾਤਮਾ ਕਹਿਣ ਲੱਗਾ ਕਿ ਤੂੰ ਕੁਝ ਦਿਨ ਪਹਿਲਾਂ ਪ੍ਰਸ਼ਨ ਪੁੱਛਿਆ ਸੀ ਕਿ ਚਿੰਤਾ ਚਿਤਾ ਸਮਾਨ, ਇਹ ਕਿਵੇਂ? ਮਹਾਤਮਾ ਕਹਿਣ ਲੱਗਾ ਇਤਨੇ ਸਾਲ ਆਇਆ, ਤੈਨੂੰ ਕੋਈ ਸੱਪ ਦੇਖਿਆ ਉਹਦੇ 'ਤੇ? ਕਹਿੰਦਾ ਨਹੀਂ। ਕਹਿੰਦਾ ਕੇਵਲ ਤੂੰ ਮੇਰੇ ਖਿਆਲ 'ਤੇ ਯਕੀਨ ਕਰ ਲਿਆ ਅਤੇ ਉਸ ਖਿਆਲ ਦੇ ਬਾਰੇ ਤੂੰ ਅਥਾਹ ਰੂਪ ਦੇ ਵਿੱਚ ਸੋਚਣਾ ਸ਼ੁਰੂ ਕਰ ਦਿੱਤਾ, ਅਤੇ ਉਹ ਸੋਚਣ ਨੇ ਤੇਰੀ ਊਰਜਾ ਨੂੰ, ਤੇਰੀ ਕਲਪਨਾ ਨੂੰ, ਜਾਂ ਤੇਰੇ ਸਾਹਮਣੇ ਜੋ ਸੱਚ ਵਾਪਰਿਆ ਉਹਦੇ 'ਤੇ ਪਰਦਾ ਪਾ ਦਿੱਤਾ ਅਤੇ ਤੈਨੂੰ ਆਪਣੇ ਆਪ ਦੇ ਵਿੱਚ ਗਰਸ ਲਿਆ। ਇਹੀ ਚਿੰਤਾ ਜਿਹੜੀ ਚਿੰਤਾ ਹੈ ਚਿਤਾ ਸਮਾਨ ਹੁੰਦੀ ਹੈ। ਕਹਿੰਦਾ ਕੋਈ ਹੋਰ ਪ੍ਰਮਾਣ ਦਿਖਾਓ। ਸਿਆਲ ਦੇ ਦਿਨ ਸਨ, ਅਗਨੀ ਬਲ ਰਹੀ ਸੀ। ਮਹਾਤਮਾ ਨੇ ਪਕੜ ਕੇ ਇੱਕ ਲੱਕੜ ਵਿੱਚ ਸੁੱਟ ਦਿੱਤੀ। ਕਹਿਣ ਲੱਗਾ ਜਿੰਨਾ ਚਿਰ ਹੁਣ ਇਸ ਲੱਕੜ ਨੂੰ ਬਾਹਰ ਨਹੀਂ ਕੱਢਿਆ ਜਾਏਗਾ, ਇਹ ਉਹਨਾਂ ਚਿਰ ਬਚੇਗੀ ਨਹੀਂ। ਇਸੇ ਕਰਕੇ ਜਿੰਨਾ ਚਿਰ ਆਪਣੇ ਖਿਆਲਾਂ ਨੂੰ, ਆਪਣੀ ਸੋਚਣੀ ਨੂੰ, ਆਪਣੇ ਅਹਿਸਾਸਾਂ ਨੂੰ ਚਿੰਤਾ ਦੇ ਪ੍ਰੋਸੈਸ ਵਿੱਚੋਂ ਕੱਢਣ ਦਾ ਯਤਨ ਨਹੀਂ ਕਰਾਂਗੇ, ਉਹਨਾਂ ਚਿਰ ਚਿੰਤਾ ਤੋਂ ਮੁਕਤ ਨਹੀਂ ਹੋ ਸਕਾਂਗੇ। ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਫਰਮਾਉਂਦੇ ਹਨ, ਨਹ ਚਿੰਤਾ ਮਾਤ ਪ੍ਰਿਤ ਭਰਤ ਹੈ। ਹੁਣ ਗੁਰਬਾਣੀ ਨੇ ਚਿੰਤਾ ਤੋਂ ਪਹਿਲਾਂ ਸਾਡਾ ਵਿਸ਼ਵਾਸ ਵੀ ਪ੍ਰਪੱਕ ਕੀਤਾ ਹੈ। ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ। ਕਹਿੰਦੇ ਕੋਈ ਪਰਿਵਾਰਕ ਸੰਬੰਧੀ ਸੀ, ਹਰ ਵੇਲੇ ਮਾਤਾ ਧੀਆਂ ਭੈਣਾਂ ਪੁੱਤਰਾਂ ਦੀ ਬੜੀ ਚਿੰਤਾ ਕਰੇ, ਜੇ ਮੈਂ ਕੰਮ ਕਰਨੋਂ ਰੁਕ ਗਿਆ ਤੁਸੀਂ ਭੁੱਖੇ ਮਰ ਜਾਓਗੇ, ਤੁਹਾਡੀ ਕੋਈ ਬਾਤ ਨਹੀਂ ਪੁੱਛੇਗਾ। ਉਹਦੀ ਪਤਨੀ ਬੱਚੇ ਕਿਆ ਕਰਨ, ਨਹੀਂ ਸਿਰਜਣਹਾਰ ਬੜਾ ਵੱਡਾ ਹੈ,
ਕੇਵਲ ਤੂੰ ਨਹੀਂ, ਉਹ ਵੀ ਸਾਡੀ ਸੰਭਾਲ ਕਰੇਗਾ, ਤੇਰੇ ਕਰਕੇ ਨਹੀਂ ਸਾਰਾ ਪਰਿਵਾਰ ਚੱਲਦਾ। ਉਹਨੇ ਰੋਜ਼ ਉਹਨਾਂ ਨਾਲ ਲੜਿਆ ਕਰਨਾ, ਬੜਾ ਜ਼ਿਕਰ ਕਰਿਆ ਕਰਨਾ, ਨਹੀਂ ਮੈਂ ਹੀ ਕੰਮ ਕਰਦਾ ਤਾਂ ਹੀ ਤੁਹਾਨੂੰ ਰੋਟੀ ਪਾਣੀ ਮਿਲਦਾ, ਨਹੀਂ ਤਾਂ ਤੁਹਾਨੂੰ ਕੋਈ ਪੁੱਛੇ ਨਾ। ਉਹਦੇ ਪਰਿਵਾਰ ਵਾਲਿਆਂ ਕਹਿਣਾ ਨਹੀਂ ਐਸੀ ਗੱਲ ਨਹੀਂ ਹੈ, ਅਕਾਲ ਪੁਰਖ ਸਾਰੇ ਵਿਧ ਵਿਧਾਨ ਬਣਾਉਣੇ ਜਾਣਦਾ। ਸਮਾਂ ਪਿਆ ਉਸ ਇਨਸਾਨ ਦਾ ਭਿਆਨਕ ਐਕਸੀਡੈਂਟ ਹੋ ਗਿਆ, ਆਪਣੀਆਂ ਲੱਤਾਂ ਬਾਹਾਂ ਤੋਂ ਵਿਹੂਣਾ ਹੋ ਗਿਆ। ਪਰਿਵਾਰ ਦੇ ਵਿੱਚ ਹੁਣ ਮੰਜੀ ਦੇ ਉੱਪਰ ਕੇਵਲ ਰਹਿਣਾ ਪੈ ਗਿਆ। ਤਾਂ ਹੁਣ ਥੋੜ੍ਹੇ ਜਦੋਂ ਇਹ ਬਿਪਤਾ ਬਣੀ, ਕੁਦਰਤੀ ਉਹਦੀ ਪਤਨੀ ਦੇ ਕੋਲੋਂ ਕੋਈ ਹੁਨਰ ਸੀ, ਉਹਨੇ ਆਪਣੇ ਹੁਨਰ ਨੂੰ ਵਿਕਸਿਤ ਕਰ ਲਿਆ ਅਤੇ ਪਰਿਵਾਰ ਦਾ ਰੋਟੀ ਪਾਣੀ ਫਿਰ ਚੱਲਣ ਲੱਗ ਪਿਆ। ਪਰ ਉਸ ਮਨੁੱਖ ਦੀ ਚਿੰਤਾ ਫਿਰ ਨਾ ਗਈ, ਕਹਿੰਦਾ ਤੇਰੇ ਵੀ ਕੀ ਯਤਨ ਦੇ ਨਾਲ ਪੂਰੀ ਨਹੀਂ ਪਏਗੀ, ਪਰ ਵਧੀਆ ਚੱਲਦਾ ਰਿਹਾ। ਫਿਰ ਉਸ ਨੂੰ ਉਸ ਦੀ ਇਸਤਰੀ ਦੇ ਅੰਦਰ ਭਰਮ ਉਪਜਿਆ ਕਿ ਜੇ ਮੈਂ ਨਾ ਇਹ ਯਤਨ ਕਰਾਂ ਤਾਂ ਬਾਲ ਬੱਚੇ ਭੁੱਖੇ ਮਰ ਜਾਣ। ਇੰਨੇ ਚਿਰ ਨੂੰ ਥੋੜ੍ਹਾ ਸਮਾਂ ਪਿਆ, ਕਿਸੇ ਰੋਗ ਦੇ ਕਰਕੇ ਉਹ ਪਤਨੀ ਵੀ ਚੜ੍ਹਾਈ ਕਰ ਗਈ ਅਤੇ ਉਸ ਦੇ ਬੱਚੇ ਦੀ ਕੋਈ ਪ੍ਰਤਿਭਾ ਸੀ, ਕਿਸੇ ਅਮੀਰ ਬੰਦੇ ਦੀ ਨਜ਼ਰ 'ਤੇ ਪੈ ਗਈ, ਉਹਨੇ ਉਹਦੀ ਪ੍ਰਤਿਭਾ ਨੂੰ ਉੱਚਾ ਚੁੱਕ ਦਿੱਤਾ ਤਾਂ ਉਹਨਾਂ ਨੂੰ ਕਾਫੀ ਦੌਲਤ ਪ੍ਰਾਪਤ ਹੋ ਗਈ। ਹੁਣ ਉਹ ਮਨੁੱਖ ਜਿਹੜਾ ਪਹਿਲਾਂ ਕਹਿੰਦਾ ਸੀ ਕਿ ਮੇਰੇ ਕਰਕੇ ਚੱਲਦੀ ਸੀ, ਦੋ ਸਿਲਸਿਲੇ ਉਹਦੇ ਸਾਹਮਣੇ ਵਾਪਰੇ। ਉਹ ਆਖਰ ਦੇ ਵਿੱਚ ਉਸ ਨੂੰ ਗਿਆਨ ਹੋਇਆ ਕਿ ਠੀਕ ਹੈ, ਉੱਦਮ ਕਰਨਾ ਆਪਣੇ ਆਪ ਦੇ ਵਿੱਚ ਸ਼੍ਰੇਸ਼ਟ ਹੈ, ਪਰ ਵਿਅਰਥ ਚਿੰਤਾ ਕਰੀ ਜਾਣੀ ਇਹ ਇੱਕ ਆਧਾਰਹੀਣ ਜਾਂ ਗਲਤ ਗੱਲ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹ ਚਿੰਤਾ ਮਾਤ ਪਿਤ ਭਰਤ, ਇਸ ਕਰਕੇ ਸੰਬੰਧੀਆਂ ਦੀ ਕਿਸੇ ਰੂਪ ਦੇ ਵਿੱਚ ਚਿੰਤਾ ਕਰੀ ਜਾਣੀ, ਔਰ ਚਿੰਤਾ ਦਾ ਮਤਲਬ ਹੈ ਬਹੁਤ ਜ਼ਿਆਦਾ ਸੋਚਣਾ। ਹੁਣ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਇਸ ਕਰਕੇ ਫਰਮਾਇਆ ਨਾ ਕਰ ਚਿੰਤ, ਚਿੰਤਾ ਹੈ ਕਰਤੇ ਹਰ ਜੇਵੈ ਜਲ ਥਲ ਜਨਤਾ ਸਭ ਤੈ। ਗੁਰਬਾਣੀ ਵਿੱਚ ਕਿਹਾ ਜਾਂਦਾ ਨਾ ਜਲ ਮੈਂ ਜੰਤੋ ਪਾਇਨ ਤਿੰਨਾਂ ਪਿਰੋਜੀ ਦੇ। ਹੁਣ ਅਸੀਂ ਤਾਂ 5-7 ਜੀਆਂ ਦੀ ਚਿੰਤਾ ਕਰਦੇ ਹਾਂ, ਅੱਧਾ ਭਾਰਤ ਅੱਜ ਭੁੱਖਾ ਮਰ ਰਿਹਾ, ਇਹਦੀ ਚਿੰਤਾ ਕੌਣ ਕਰੇਗਾ? ਵੱਧ ਤੋਂ ਵੱਧ ਆਪਣੇ ਨਗਰ ਦੀ ਚਿੰਤਾ ਕਰ ਸਕਦੇ ਨਾ, ਸਾਡੇ ਨਗਰ ਦੇ ਵਿੱਚ ਕੋਈ ਭੁੱਖਾ ਨਾ ਸੌਵੇਂ, ਵੱਧ ਤੋਂ ਵੱਧ ਸਾਡੇ ਪੰਜਾਬ 'ਚ ਨਾ ਸੌਵੇਂ, ਹਿੰਦੁਸਤਾਨ 'ਚ ਨਾ ਸੌਵੇਂ। ਅਤੇ ਐਡਾ ਵੱਡਾ ਵਿਸ਼ਵ ਉਹਦੀ ਚਿੰਤਾ ਕੌਣ ਕਰੇ? ਜਾਂ ਤਾਂ ਫਿਰ ਉਹਦੇ ਸਾਰੇ ਦੀ ਚਿੰਤਾ ਕਰੋ, ਕਰੀ ਜਾਓ, ਸਾਲਾਂ ਬੱਧੀ ਕੀ ਕਰ ਲਵੋਗੇ ਹੱਲ? ਸਮਰੱਥਾ ਹੀ ਨਹੀਂ ਸਾਡੇ ਪਾਸ ਹੈਗੀ, ਜਿਹੜੀਆਂ ਹੈਗੀਆਂ ਵੀ ਨੇ ਉਹ ਵੀ 2-3 ਮਹੀਨੇ 'ਚ ਜਵਾਬ ਦੇ ਜਾਂਦੀਆਂ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ ਸਾਨੂੰ ਅੱਜ ਦੇ ਸ਼ਲੋਕ ਦੁਆਰਾ ਵੀ ਇਹ ਭਾਵ ਦ੍ਰਿੜ ਕਰਵਾਇਆ ਹੈ ਕਿ ਕਰਮ ਦੇ ਵਿੱਚ ਜ਼ਰੂਰ ਪ੍ਰਵਿਰਤ ਰਹਿ, ਪਰਿਵਾਰ ਦੀ ਕਿਰਤ ਬਿਰਤ ਦੇ ਕੰਮ ਨੂੰ ਪੂਰੀ ਤਰ੍ਹਾਂ ਅੰਜਾਮ ਦੇ, ਪਰ ਉਹਦੇ ਸੰਬੰਧੀ ਚਿੰਤਤ ਨਾ ਹੋਵੇ। ਔਰ ਗੁਰਬਾਣੀ ਦਾ ਇੱਕ ਪੱਖ ਹੋਰ ਵੀ, ਗੁਰਬਾਣੀ 'ਚ ਵਾਕ ਆਉਂਦਾ ਚਿੰਤਤ ਹੀ ਦੀਸੈ ਸਭ ਕੋਏ, ਚੇਤਿਹ ਏਕ ਤਹੀ ਸੁਖ ਹੋਏ। ਕਈ ਵਾਰੀ ਸਤਸੰਗੀ ਬੈਠੇ ਹੁੰਦੇ ਨੇ ਬੁਝੇ ਜੇ ਚਿਹਰਿਆਂ ਦੇ ਨਾਲ, ਤਾਂ ਮੈਨੂੰ ਖੁਦ ਨੂੰ ਚਿੰਤਾ ਉਪਜਣ ਲੱਗ ਪੈਂਦੀ ਹੈ, ਪਤਾ ਨਹੀਂ ਕਿੱਡੇ ਕੁ ਵੱਡੇ ਦੁਖਦ ਭਾਵ ਵਿੱਚ ਬੈਠੇ ਨੇ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਨਹ ਚਿੰਤਾ ਮਾਤ ਪ੍ਰਿਤ ਭਰਤ ਹੈ, ਕਿ ਇਸੇ ਪ੍ਰਕਾਰ ਕਿਸੇ ਪ੍ਰਕਾਰ ਕਰਕੇ ਵੀ ਚਿੰਤਾ ਕਰਨੀ ਵਿਅਰਥ ਹੈ। ਹੁਣ ਇਹਦਾ ਨੁਕਸਾਨ ਕੀ ਹੈ? ਜਦੋਂ ਮਨੁੱਖ ਚਿੰਤਾ ਕਰਨੀ ਸ਼ੁਰੂ ਕਰ ਦਿੰਦਾ, ਸਭ ਤੋਂ ਪਹਿਲਾਂ ਜਦੋਂ ਚਿੰਤਾ ਪੈਦਾ ਹੁੰਦੀ ਹੈ ਉਹਨੂੰ ਪ੍ਰਤੱਖ ਦਾ ਗਿਆਨ ਨਹੀਂ ਹੁੰਦਾ ਕਿ ਸਾਹਮਣੇ ਕੀ ਵਾਪਰਿਆ। ਕਹਿੰਦੇ ਇਸੇ ਪ੍ਰਕਾਰ ਕਿ ਜਦੋਂ ਹੁਣ ਉਦਾਹਰਨ ਦੇ ਤੌਰ 'ਤੇ ਮਨੁੱਖ ਦੇ ਕਰਜ਼ੇ ਦੀ ਸਮੱਸਿਆ ਆ ਵਿਆਪੀ ਹੈ, ਸੰਕਟ ਆ ਗਿਆ ਸਿਰ ਦੇ ਉੱਪਰ, ਉਹਦੇ ਬਾਰੇ ਸੋਚੀ ਹੀ ਜਾ ਰਿਹਾ ਹੈ ਕਿ ਇਹ ਦਿਨ ਬਾਅਦ ਦਿਨ ਵੱਧ ਰਿਹਾ ਹੈ। ਇਹ ਨਹੀਂ ਸੋਚ ਰਿਹਾ ਕਿ ਮੇਰੀ ਦੇਹ ਦੇ ਵਿੱਚ ਬਲ ਵੀ ਹੈ, ਜੇ ਇਹਦੇ ਨਾਲ 8 ਘੰਟੇ ਯਤਨ ਕਰਦਾ ਅਤੇ 4-5 ਘੰਟੇ ਯਤਨ ਹੋਰ ਵਧਾ ਕੇ ਥੋੜ੍ਹਾ ਵੱਧ ਧਨ ਕਮਾ ਲਵਾਂ, ਥੋੜ੍ਹੀਆਂ ਲੋੜਾਂ ਸੀਮਿਤ ਕਰ ਲਵਾਂ, ਥੋੜ੍ਹਾ ਆਪਣਾ ਜਿਹੜਾ ਜਿੰਨੇ ਵੀ ਖਰਚੇ ਉਹਨਾਂ ਨੂੰ ਬਿਲਕੁਲ ਸੀਮਿਤ ਕਰਕੇ ਅਤੇ ਰਾਸ਼ੀ ਉਪਯੁਕਤ ਬਚਾ ਕੇ ਅਤੇ ਆਪਣੇ ਕਰਜ਼ੇ ਦੀ ਸਮੱਸਿਆ ਦਾ ਨਿਵਾਰਨ ਕਰ ਲਵਾਂ, ਪਰ ਇਹ ਨਹੀਂ ਉਪਜੇਗਾ। ਚਿੰਤਾ ਉਹਦੀ ਊਰਜਾ ਨੂੰ ਨਕਾਰਾਤਮਕ ਪਾਸੇ ਵਾਲੇ ਲਿਜਾ ਰਹੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਨਹ ਚਿੰਤਾ ਮਾਤ ਪ੍ਰਿਤ ਭਰਤ ਨਹ ਚਿੰਤਾ ਕਛ ਲੋਕ ਕਹੇ, ਨਹੀਂ ਚਿੰਤਾ ਕਰਨੀ ਜੋਗ ਪਰਿਵਾਰ ਦੇ ਸੰਬੰਧੀਆਂ ਦੀ, ਮਾਤਾ ਪਿਤਾ ਭਰਾਤਾ ਦੀ, ਕਿਉਂਕਿ ਇਹਨਾਂ ਸਾਰਿਆਂ ਦੀ ਚਿੰਤਾ ਕਰਨ ਵਾਲਾ। ਇਸੇ ਪ੍ਰਕਾਰ ਕਹਿੰਦੇ ਕਿਸੇ ਪੁੱਤਰ ਨੇ ਆਪਣੇ ਮਾਤਾ ਪਿਤਾ ਦੀ ਪ੍ਰਤਪਾਲਨਾ ਕਰਿਆ ਕਰਨੀ ਅਤੇ ਨਾਲ ਕਹਿ ਦਿਆ ਕਰਨਾ ਕਿ ਜੇ ਮੈਂ ਤੁਹਾਨੂੰ ਨਾ ਸੰਭਾਲਾਂ ਤਾਂ ਤੁਹਾਨੂੰ ਕੋਈ ਨਾ ਸੰਭਾਲੇ, ਇਸ ਕਰਕੇ ਮੇਰਾ ਗੱਲ ਮੰਨਿਆ ਕਰੋ, ਮੇਰੇ ਹੁਕਮ 'ਚ ਰਿਹਾ ਕਰੋ। ਰੋਜ਼ ਰੋਜ਼ ਉਹਦਾ ਪਿਤਾ ਇਹ ਗੱਲ ਸੁਣਦਾ ਰਿਹਾ। ਆਖਰ ਇੱਕ ਦਿਨ ਕਹਿਣ ਲੱਗੇ ਅਸੀਂ ਤੇਰੀ ਚਿੰਤਾ ਨੂੰ ਮੁਕਾ ਹੀ ਦਿਆਂਗੇ, ਰੋਜ਼ਾਨਾ ਸਾਨੂੰ ਆਖਦਾ ਕਿ ਤੂੰ ਸਾਡੀ ਪ੍ਰਤਪਾਲਨਾ ਕਰਦਾ। ਕਹਿੰਦੇ ਕੀ? ਕਹਿੰਦਾ ਸਾਨੂੰ ਬਿਰਧ ਆਸ਼ਰਮ ਛੱਡਿਆ, ਸਾਡੀ ਚਿੰਤਾ ਉਹ ਕਰ ਲੈਣਗੇ, ਤੂੰ ਚਿੰਤਾ ਤੋਂ ਮੁਕਤ ਹੋ ਜਾ। ਗੁਰੂ ਸਾਹਿਬ ਜੀ ਕਹਿੰਦੇ ਨਹ ਚਿੰਤਾ ਮਾਤ ਪਿਤ ਭਰਤ ਹੈ,
ਦੇਖਣ ਚਾਹੁੰਦਾ। ਮੈਂ ਇੱਕ ਦੋ ਵਾਰੀ ਬਿਰਧ ਆਸ਼ਰਮਾਂ ਦੇ ਵਿੱਚ ਬਾਕਾਇਦਾ ਗਿਆ ਤਾਂ ਦੇਖ ਕੇ ਆਇਆ, ਸਾਰਿਆਂ ਦਾ ਅਨੁਭਵ ਇੱਕੋ ਜਿਹਾ ਹੀ, ਕਿਸੇ ਦਾ ਕੋਈ ਫਰਕ ਨਹੀਂ ਹੈ। ਔਰ ਹੈਰਾਨਗੀ ਦੀ ਗੱਲ, ਉੱਥੇ ਜਾ ਕੇ ਵੀ ਭਰਮ ਵਿੱਚ ਪਏ ਹੋਏ ਨੇ। ਕੁਦਰਤੀ ਰੂਪ ਦੇ ਵਿੱਚ ਸਾਰੇ ਖਾਨਦਾਨ ਨੂੰ ਪਤਾ ਲੱਗ ਗਿਆ ਕਿ ਫਲਾਣੇ ਪੁੱਤਰ ਨੇ ਬਿਰਧ ਆਸ਼ਰਮ ਛੱਡ ਆਏ ਨੇ, ਅਜੇ ਵੀ ਬਿਰਧ ਆਸ਼ਰਮ 'ਚ ਪਈ ਕਹੀ ਜਾਂਦੇ ਨੇ ਸਾਡੇ ਪੁੱਤਰ ਦੀ 50 ਲੱਖ ਦੀ ਸੰਪत्ति ਹੈ। ਮੈਂ ਬਹੁਤ ਬਾਕਾਇਦਾ ਬੜੀ ਬਾਰੀਕੀ ਦੇ ਨਾਲ ਦੇਖਿਆ, ਕਿਸੇ ਸਮੇਂ ਲਿਖਿਆ ਵੀ ਸੀ ਕਿ ਬੰਦਾ ਕਦੀ ਭਰਮ ਤੋਂ ਉੱਪਰ ਨਹੀਂ ਉੱਠ ਸਕਦਾ। ਮੈਨੂੰ ਕਹਿਣ ਲੱਗਾ ਜੀ ਮੇਰੇ ਉਹਨਾਂ ਦੀ ਇੰਨੀ ਸੰਪत्ति ਹੈ। ਮੈਂ ਕਿਹਾ ਉਸ ਸੰਪत्ति ਦਾ ਤੈਨੂੰ 1% ਵੀ ਨਹੀਂ ਮਿਲ ਰਿਹਾ, ਇਹਦਾ ਮਤਲਬ ਤੂੰ ਇਸ ਵੱਡੇ ਭਰਮ 'ਚ ਜਿਉ ਰਿਹਾ, ਤੇਰੇ ਜੀਵਨ ਦੀ ਇਹੀ ਨਾਕਾਮੀ ਹੈ, ਇਸ ਤੋਂ ਨਾਕਾਮੀ ਤੋਂ ਤੂੰ ਉੱਪਰ ਉੱਠ ਹੀ ਨਹੀਂ ਸਕਦਾ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਨਾਹ ਚਿੰਤਾ ਮਾਤ ਪਿਤ ਭਰਾਤੇ। ਹੁਣ ਗੁਰਬਾਣੀ 'ਚ ਜਿੰਨੇ ਵੀ ਅਸੀਂ ਵਾਕਿਆ ਸੁਣਦੇ, ਯਤਨ ਕਰਿਆ ਕਰਨਾ ਚਾਹੀਦਾ ਕਿ ਇਹਨਾਂ ਵਾਕਿਆਵਾਂ ਦੀ ਅਸਲੀਅਤ ਵੀ ਲੱਭੀਏ ਕਿ ਕਿਤੇ ਹੈਗੀ ਵੀ ਹੈ ਕਿ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਨਹੀਂ ਹੈਗੀ, ਹੈਗੀ ਜ਼ਰੂਰ ਹੈ, ਪਰ ਕਈ ਵਾਰੀ ਉਹ ਇੰਨੀ ਡੀਪ ਹੁੰਦੀ ਹੈ ਕਿ ਉੱਪਰ ਨਜ਼ਰ ਹੀ ਨਹੀਂ ਆਉਂਦੀ। ਮਨੁੱਖ ਨੂੰ ਸਮਝਦਾ ਹੈ ਕਿ ਸ਼ਾਇਦ ਨਜ਼ਰ ਹੀ ਨਹੀਂ ਆਉਂਦੀ, ਇਸ ਕਰਕੇ ਉਹਦੇ ਲਈ ਥੋੜ੍ਹਾ ਜਿਹਾ ਡੀਪ ਜਾਣਾ ਪੈਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹ ਚਿੰਤਾ ਮਾਤ ਪਿਤ ਭਰਤ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਨਹ ਚਿੰਤਾ ਕਛ ਲੋਕ ਕਹਿ, ਨਾ ਹੀ ਇਸ ਗੱਲ ਦੀ ਚਿੰਤਾ ਕਰ ਕਿ ਲੋਕ ਕੀ ਕਹਿਣਗੇ, ਲੋਕਾਂ ਦਾ ਕੀ ਅਰਥ ਰੱਖੇਗਾ। ਹੁਣ ਦੁਨੀਆ ਦੇ ਵਿੱਚ ਮੈਂ ਦੇਖਿਆ ਅੱਧੇ ਪਚੱਧੇ ਗਲਤ ਕਰਮ ਬੰਦਾ ਇਸੇ ਕਰਕੇ ਹੀ ਕਰਦਾ ਹੈ ਕਿ ਦੁਨੀਆ ਕੀ ਕਹੇਗੀ। ਦੁਨੀਆ ਦੇ ਵਿੱਚ ਨੱਕ ਨਹੀਂ ਰਹਿੰਦਾ, ਇਸ ਕਰਕੇ ਜਿਹੜਾ ਨੱਕ ਰੱਖਣ ਵਾਲਾ ਬੰਦਾ ਹੈ ਮੇਰੀ ਜਾਚੇ ਉਹ ਘੱਟੋ ਘੱਟ ਸਿੱਖ ਨਹੀਂ ਹੋ ਸਕਦਾ। ਕਈ ਵਾਰੀ ਦੇਖਿਆ ਗੁਰਸਿੱਖ ਪਰਿਵਾਰਾਂ ਦੇ ਆਨੰਦ ਕਾਰਜ ਹੁੰਦੇ ਨੇ, ਚਿੰਤਾ ਇਸ ਗੱਲ ਦੀ ਹੈ ਕਿ ਜੇ ਆ ਗਲਤ ਜੇ ਪਦਾਰਥ ਨਾ ਪਾਏ ਵਿਆਹ ਦੇ ਵਿੱਚ ਤਾਂ ਬਹੁਤ ਸਾਰੇ ਰਿਸ਼ਤੇਦਾਰ ਰੁੱਸ ਜਾਣਗੇ, ਨਾਰਾਜ਼ ਹੋ ਜਾਣਗੇ। ਕੇਵਲ ਉਹਨਾਂ ਦੀ ਲਾਜ ਰੱਖਣ ਦੀ, ਉਹਨਾਂ ਦੀ ਚਿੰਤਾ ਦੇ ਮਾਰੇ ਏਡੇ ਵੱਡੇ ਪਾਪ ਨੂੰ ਅੰਜਾਮ ਦਿੰਦੇ ਨੇ ਕਿ ਗੁਰੂ ਕੀ ਆਗਿਆ ਦਾ ਕੋਈ ਅਰਥ ਉੱਥੇ ਰਹਿ ਨਹੀਂ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾ ਚਿੰਤਾ ਕਛ ਲੋਕ ਕਹਿ, ਸਾਨੂੰ ਭਗਤ ਸਾਹਿਬਾਨਾਂ ਨੇ ਦੱਸਿਆ ਨਾ। ਔਰ ਦੂਜੀ ਗੱਲ, ਚਿੰਤਾ ਬੜੇ ਹੋਰ ਤਰ੍ਹਾਂ ਤਰੀਕਿਆਂ ਦੇ ਵੀ ਹੁੰਦੀ ਹੈ। ਭਗਤ ਨਾਮਦੇਵ ਜੀ ਕਹਿੰਦੇ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ। ਕਿਸੇ ਪ੍ਰਕਾਰ ਹੁਣ ਕਈ ਵਾਰੀ ਦੇਖਣਾ ਚਾਹੁੰਦਾ ਸੰਸਾਰ ਦਾ ਕਿਆ ਹੀ ਮਨੁੱਖ ਨੂੰ ਇੰਨੀ ਵਾਰੀ ਠੱਗ ਜਾਂਦਾ ਹੈ ਕਿ ਮਨੁੱਖ ਆਪਣੇ ਆਪ ਦੇ ਵਿੱਚ ਪਛੇਮਾਨ ਹੋ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ ਨਾ ਚਿੰਤਾ ਕਛ ਲੋਕ ਕਹਿ, ਜਦਾ ਵੀ ਚਿੰਤਾ ਨਾ ਕਰ, ਤੂੰ ਆਪਣੇ ਕਰਮ ਨੂੰ ਆਪਣੇ ਗੁਰੂ ਦੇ ਸ਼ਬਦ ਦੀ ਰੌਸ਼ਨੀ ਦੇ ਵਿੱਚ ਵਾਜ ਕੇ ਗੁਰੂ ਦਾ ਸ਼ਬਦ ਤੈਨੂੰ ਤੇਰੇ ਪ੍ਰਥਾਏ ਕੀ ਕਹਿ ਰਿਹਾ, ਮਤਾ ਇਹ ਜਾਣ ਕੇ ਲੋਕ ਜਾਂ ਸਮਾਜ ਤੇਰੇ ਬਾਰੇ ਕੀ ਰਾਏ ਰੱਖਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾ ਚਿੰਤਾ ਕਛ ਲੋਕ ਕਹੈ, ਨਾ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤ ਮਾਇਆ ਸੰਬੰਧਨ। ਗੁਰੂ ਸਾਹਿਬ ਜੀ ਕਹਿੰਦੇ ਨਾ ਹੀ ਚਿੰਤਾ ਕਰਨੀ ਯੋਗ ਹੈ। ਬਨਤਾ ਭਾਵ ਇਸਤਰੀ, ਸੁਤ ਭਾਵ ਪੁੱਤਰ, ਮੀਤ ਭਾਵ ਮਿੱਤਰ। ਇਸੇ ਪ੍ਰਕਾਰ ਕਹਿੰਦੇ ਪ੍ਰਵਿਰਤ ਮਾਇਆ ਸੰਬੰਧ ਨੇ, ਮਾਇਆ ਦੇ ਸੰਬੰਧਾਂ ਕਰਕੇ, ਮਾਇਆ ਦੀ ਪ੍ਰਵਿਰਤੀ ਕਰਕੇ ਇਹਨਾਂ ਦੇ ਨਾਲ ਸੰਬੰਧ ਬਣੇ ਹੋਏ ਹਨ ਅਤੇ ਇਹ ਆਪੋ ਆਪਣੇ ਰੁਝਾਨ ਦੇ ਅਨੁਸਾਰ ਚੱਲਦੇ ਜਾ ਰਹੇ ਹਨ। ਤਾਂ ਹੁਣ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪ੍ਰਵਿਰਤ ਮਾਇਆ ਸੰਬੰਧ ਨਹੀਂ। ਹੁਣ ਮਾਇਆ ਰੂਪ ਦਾ ਸੰਬੰਧ ਗੁਰੂ ਸਾਹਿਬ ਜੀ ਨੇ ਕਿਹਾ ਹੈ। ਹੁਣ ਇਸ ਗੱਲ ਨੂੰ ਧੀਰਜ ਨਾਲ ਵਿਚਾਰੀਏ ਤਾਂ ਗੱਲ ਕੁਝ ਸਮਝ ਆਏਗੀ। ਹੁਣ ਗੁਰੂ ਸਾਹਿਬ ਜੀ ਆਰੰਭ ਦੇ ਵਿੱਚ ਸ਼ਲੋਕ ਸੀ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਵਿਨੋਦ ਸੁਤਹ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਇਸਤਰੀ ਦੀ ਵਿਚਾਰ ਕਰੋ ਕਿ ਪਹਿਲਾਂ ਉਹ ਇਸਤਰੀ ਸੀ, ਜਦੋਂ ਕਿਸੇ ਦੇ ਘਰ ਜਨਮੀ ਕਿਸੇ ਦੀ ਸਪੁੱਤਰੀ ਬਣੀ, ਬੇਟੀ ਬਣੀ, ਅੱਗੇ ਜਾ ਕੇ ਕਿਸੇ ਦੀ ਪਤਨੀ ਬਣੀ, ਉਸ ਤੋਂ ਅੱਗੇ ਜਾ ਕੇ ਕਿਸੇ ਦੀ ਮਾਤਾ ਬਣੀ, ਅੱਗੇ ਜਾ ਕੇ ਕਿਸੇ ਦੀ ਦਾਦੀ, ਅੱਗੇ ਹੋਰ ਸੰਬੰਧ ਚੱਲਦੇ ਗਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਮਾਇਆ ਦੇ ਸੰਬੰਧਾਂ ਕਰਕੇ ਉਹਦੇ ਨਾਂ, ਉਹਦੇ ਰਿਸ਼ਤੇ, ਉਹਦੇ ਸਤਿਕਾਰਤ ਵਿਸ਼ੇਸ਼ਣ ਵਰਤਦੇ ਰਹੇ, ਪਰ ਅਸਲ 'ਚ ਇਹਦੀ ਇੱਕ ਅਵਸਥਾ ਤਾਂ ਥਿਰ ਨਾ ਰਹੀ। ਮਾਤਾ ਤਾਂ ਉਦੋਂ ਬਣੀ ਜਦੋਂ ਇਸ ਨੇ ਔਲਾਦ ਨੂੰ ਜਨਮ ਦਿੱਤਾ। ਇਸ ਕਰਕੇ ਇਹ ਮਾਤਾ ਦਾ ਸੰਬੰਧ ਵੀ ਉਨਾ ਚਿਰ ਹੀ ਹੈ ਜਿੰਨਾ ਚਿਰ ਇਹ ਔਲਾਦ ਨੂੰ ਜਨਮ ਦਿੰਦੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਤਨੇ ਵੀ ਸੰਬੰਧ ਨੇ ਇਹ ਪ੍ਰਵਿਰਤੀ ਮਾਇਆ ਦੇ ਨੇ ਅਤੇ ਇਹਨਾਂ ਨੂੰ ਸੱਚ ਰੂਪ ਦੇ ਵਿੱਚ ਜਾਣੋ। ਤਾਂ ਕਰਕੇ ਕਹਿੰਦਾ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਤੇਰੀਆਂ ਲੋੜਾਂ ਕਰਕੇ ਪਰਮੇਸ਼ਰ ਨੇ ਤੇਰਾ ਆਧਾਰ ਬਣਾਉਣਾ ਸੀ, ਕਿਸੇ ਸੰਬੰਧੀ ਦੇ ਸੰਜੋਗ ਕਰਕੇ ਤੈਨੂੰ ਪਿਤਾ ਰੂਪ ਦੇ ਵਿੱਚ ਭੇਜਿਆ, ਕਿਸੇ ਮੋਹ ਭਾਵ ਕਰਕੇ ਤੇਰੀ ਪ੍ਰਤਪਾਲਣਾ ਹੋਣੀ ਸੀ, ਪਰਮੇਸ਼ਰ ਨੇ ਮਾਤਾ ਰੂਪ ਕਰਕੇ ਉਹਨੇ ਤੇਰਾ ਆਧਾਰ ਬਣਾਇਆ, ਕਿਸੇ ਰੂਪ ਕਰਕੇ ਦੋਸਤ ਸੰਬੰਧੀਆਂ ਕਰਕੇ ਆਪਣੇ ਮਨ ਦੇ ਭਾਵਾਂ ਨੂੰ ਖੁੱਲ੍ਹੇ ਰੂਪ 'ਚ ਕਹਿਣ ਦਾ ਤੈਨੂੰ ਇੱਕ ਸਾਧਨ ਚਾਹੀਦਾ ਸੀ, ਮਿੱਤਰ ਵਰਗੇ ਸੰਬੰਧੀ ਬਣਾਏ। ਪਰ ਇਸ ਸਾਰੀ ਸਮੁੱਚਤਾ ਨੂੰ ਮਾਣਦਿਆਂ ਹੋਇਆਂ ਮਨੁੱਖ ਉਹਨਾਂ ਦੀ ਸੀਮਾ 'ਤੇ ਹੀ ਕੇਂਦਰਿਤ ਰਹਿੰਦਾ, ਕਦੇ ਉਹਨਾਂ ਤੋਂ ਪਾਰਲੇ ਰੂਪਾਂ ਦੀ ਗੱਲ ਜਾਣਨ ਦੀ
ਕੋਸ਼ਿਸ਼ ਨਹੀਂ ਕਰਦਾ। ਗੁਰਬਾਣੀ 'ਚ ਨਾ ਇੱਕ ਵਾਕ ਆਉਂਦਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ। ਉਹ ਵਾਕ ਆਪਣੇ ਆਪ 'ਚ ਬੜਾ ਅਰਥਪੂਰਨ ਹੈ ਕਿ ਜੋ ਵੀ ਮੈਂ ਸੰਸਾਰ ਦੇ ਸੰਬੰਧੀਆਂ ਦੇ ਵਿੱਚ ਵਿਚਰ ਕੇ ਜੀਵਨ ਦਾ ਆਨੰਦ ਮਾਣਦਾ ਹਾਂ, ਦਰਅਸਲ ਪਰਮੇਸ਼ਰ ਉਹ ਸਾਰੇ ਤੇਰੇ ਹੀ ਰੂਪ ਹਨ, ਬਸ਼ਰਤੇ ਕਿ ਅਸੀਂ ਵੀ ਸਮਝੀਏ ਅਤੇ ਜਿਹੜਾ ਸਾਡੇ ਨਾਲ ਵਰਤਾਵ ਕਰ ਰਿਹਾ ਹੋਇਆ ਉਹ ਵੀ ਸਮਝੇ। ਇਸੇ ਕਰਕੇ ਅਕਬਰ ਦਾ ਇੱਕ ਦਰਬਾਰੀ ਹੈ ਰਹੀਮ, ਉਹ ਕਹਿੰਦਾ ਦਾਨੀ ਨੂੰ ਇਹ ਭਰਮ ਨਾ ਰਵੇ ਅਤੇ ਮੰਗਣ ਵਾਲੇ ਨੂੰ ਇਹ ਭਰਮ ਨਾ ਰਵੇ ਮੈਂ ਮੰਗ ਰਿਹਾ, ਅਤੇ ਦਾਨੀ ਨੂੰ ਇਹ ਨਾ ਭਰਮ ਰਵੇ ਮੈਂ ਦੇ ਰਿਹਾ। ਦਰਅਸਲ ਸੰਬੰਧ ਇਵੇਂ ਦਾ ਬਣਾਇਆ ਅਕਾਲ ਪੁਰਖ ਨੇ ਕਿ ਇੱਕ ਨੂੰ ਹੱਥ ਅੱਡਣਾ ਪਿਆ ਅਤੇ ਇੱਕ ਦੇ ਅੰਦਰ ਸੁਭਾਅ ਐਸਾ ਪਾਇਆ ਕਿ ਉਹਨੂੰ ਦੇਣ 'ਚ ਚੰਗਾ ਲੱਗਾ। ਇਸ ਕਰਕੇ ਦੋਵੇਂ ਆਪਣੇ ਆਪ ਦੇ ਵਿੱਚ ਨਾ ਉੱਤਮ ਨੇ ਨਾ ਹੀਣੇ ਨੇ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪ੍ਰਵਿਰਤ ਮਾਇਆ ਸੰਬੰਧ ਨੇ, ਮਾਇਆ ਦੇ ਸੰਬੰਧਾਂ ਕਰਕੇ ਸਾਨੂੰ ਇਵੇਂ ਇਵੇਂ ਭਾਸਦਾ ਹੈ। ਔਰ ਦੂਜੀ ਗੱਲ, ਵਰਤਮਾਨ ਸਮਾਂ ਹੈ, ਹਰ ਮਨੁੱਖ ਦੇ ਕੋਲ ਸਭ ਤੋਂ ਵੱਧ ਪਰਿਵਾਰ ਦੀ ਚਿੰਤਾ ਦੇ ਹਵਾਲੇ ਨੇ, ਪਰਿਵਾਰ ਦੀ ਚਿੰਤਾ ਦੇ ਹਵਾਲੇ ਨੇ। ਉਦਾਹਰਨ ਦੇ ਤੌਰ 'ਤੇ ਪਤਨੀ ਦੀ ਚਿੰਤਾ ਹੈ, ਪੁੱਤਰਾਂ ਦੀ ਚਿੰਤਾ ਹੈ, ਮਤਲਬ ਦੇਖੀਦਾ ਹਰ। ਔਰ ਦੂਜੀ ਗੱਲ, ਕਈ ਤਾਂ ਇਹ ਚਿੰਤਾ ਇਸ ਤੋਂ ਵੀ ਅੱਗੇ ਚਲੀ ਜਾਂਦੀ ਹੈ। ਪੁੱਤਰ ਚੰਗਾ ਭਲਾ ਸਫਲ ਕਾਰੋਬਾਰੀ ਹੈ, ਮੇਰਾ ਨਿੱਜੀ ਇੱਕ ਜਾਣਕਾਰ ਹੈ, ਉਹ ਹੁਣ ਤੱਕ 60-70 ਦੇਸ਼ਾਂ ਦੇ ਕਾਰੋਬਾਰੀ ਮੀਟਿੰਗਾਂ ਕਰ ਆਇਆ, ਤਾਂ ਮੈਨੂੰ ਅਕਸਰ ਕਹੇਗਾ, ਕਹਿੰਦਾ ਅਜੇ ਵੀ ਮੇਰੀ ਮਾਤਾ ਚਿੰਤਾ ਕਰਦੀ, ਆਪਣਾ ਧਿਆਨ ਰੱਖਿਆ ਕਰ। ਕਹਿੰਦਾ ਮੈਂ ਹੈਰਾਨ ਹੁੰਦਾ ਕਈ ਵਾਰੀ ਕਿ ਹੁਣ ਧਿਆਨ ਕਿਵੇਂ ਰੱਖਾਂ ਕਿ 60-70 ਦੇਸ਼ਾਂ ਦੀ ਯਾਤਰਾ ਕਰ ਲਈ, ਇੰਨੇ ਵੱਡੇ ਲੋਕਾਂ ਨਾਲ ਮਿਲਾਪ ਹੋਇਆ, ਇਤਨਾ ਵੱਡਾ ਕਾਰੋਬਾਰ ਸੰਭਾਲਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੁਣ ਗੱਲ ਕੀ ਹੈ ਕਿ ਉਹ ਆਪਣੇ ਜੀਵਨ ਦੀ ਕਿਰਿਆ ਦੇ ਵਿੱਚ ਪੂਰਾ ਚੱਲ ਰਿਹਾ ਹੈ। ਅਸੀਂ ਆਪਣੀ ਊਰਜਾ ਨੂੰ ਉਹਦੀ ਸੋਚਣੀ ਵਿੱਚ ਪਾ ਕੇ, ਉਹਦੀ ਚਿੰਤਾ ਵਿੱਚ ਪਾ ਕੇ ਵਿਅਰਥ ਖਪਤ ਕਰ ਰਹੇ ਹਾਂ, ਅਤੇ ਜਿਹੜਾ ਸਾਡੇ ਆਪਣੇ ਜੀਵਨ ਦਾ ਕਰਮ ਹੈ ਉਸ ਤੋਂ ਅਸੀਂ ਪਰਾਂ ਹੁੰਦੇ ਜਾ ਰਹੇ ਹਾਂ, ਉਸ ਦੀ ਕੋਈ ਸੰਭਾਲ ਨਹੀਂ ਕਰ ਰਹੇ। ਹੁਣ ਉਦਾਹਰਨ ਦੇ ਤੌਰ 'ਤੇ ਕਦੀ ਐਸਾ ਮੈਨੂੰ ਕਦੀ ਨਹੀਂ ਐਸਾ ਕੋਈ ਮਿਲਿਆ ਜਿਹਨੇ ਆ ਕੇ ਕਦੀ ਕਿਹਾ ਹੋਵੇ ਬਾਬਾ ਜੀ ਅੱਜ ਅੰਮ੍ਰਿਤ ਵੇਲਾ ਖੁੱਸ ਗਿਆ, ਬੜਾ ਮਨ ਦੁਖੀ ਹੈ। ਕਦੀ ਨਹੀਂ। ਮੇਰੇ 8-10 ਸਾਲ ਕਥਾ ਦੇ ਫੀਲਡ ਦੇ ਹੋ ਗਏ ਨੇ, ਇੱਕ ਵੀ ਇਨਸਾਨ ਨਹੀਂ ਮਿਲਿਆ। ਕਦੀ ਕਿਸੇ ਨੇ ਕਿਹਾ ਮੇਰਾ ਸਹਿਜ ਪਾਠ ਰਹਿ ਗਿਆ ਅੱਜ, ਕਦੀ ਨਹੀਂ ਮਿਲਿਆ ਇਸ ਤਰ੍ਹਾਂ ਦਾ। ਔਰ ਇਹ ਉਹ ਚਿੰਤਾ ਕਰਦੇ ਹਾਂ, ਦੁੱਖ ਵਿਅਪਤ ਕਰਦੇ ਹਾਂ, ਕਦੀ ਨਹੀਂ ਮਿਲਿਆ। ਕਿਉਂਕਿ ਮਨੁੱਖ ਨੇ ਚਿੰਤਾ ਹੀ ਪਦਾਰਥਕ ਕਰਨੀ ਹੈ, ਕਦੀ ਅਧਿਆਤਮਿਕ ਸਤਰ ਦੀ ਚਿੰਤਾ ਥੋੜ੍ਹਾ ਮਨੁੱਖ ਕਰਦਾ ਹੈ। ਉਦਾਹਰਨ ਦੇ ਤੌਰ 'ਤੇ ਕਿ ਮੇਰਾ 2 ਦਿਨ ਨਾਗਾ ਪੈ ਗਿਆ, ਮੈਨੂੰ ਕੋਈ ਚਿੰਤਾ ਹੋਵੇ, ਕੋਈ ਪਛੇਮਾਨੀ ਹੋਵੇ, ਨਹੀਂ ਹੁੰਦੀ ਨਹੀਂ ਬੰਦੇ ਨੂੰ। ਕਿਉਂਕਿ ਪਦਾਰਥਕ ਤਲ 'ਤੇ ਬੰਦਾ ਜੋ ਰਿਹਾ ਪਦਾਰਥਕ ਤਲ ਦਾ ਹੀ ਫਾਇਦਾ ਕਰੇਗਾ, ਪਦਾਰਥਕ ਤਲ ਦੀ ਹੀ ਚਿੰਤਾ ਕਰੇਗਾ। ਤਾਂ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪ੍ਰਵਿਰਤ ਮਾਇਆ ਸੰਬੰਧ ਨੇ, ਮਾਇਆ ਦੇ ਸੰਬੰਧਾਂ ਕਰਕੇ ਇਹ ਸਾਰਾ ਕੁਝ ਬਣਦਾ ਹੈ। ਦਇਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀਅ ਪ੍ਰਤਪਾਲਕ ਹੈ। ਕਹਿੰਦੇ ਕਿਸੇ ਸੂਫੀ ਫਕੀਰ ਦੇ ਨਾਲ ਇੱਕ ਉਹਦਾ ਚੇਲਾ ਕਿਸੇ ਯਾਤਰਾ 'ਤੇ ਤੁਰ ਪਏ, ਅਤੇ ਉਸਨੇ ਸੋਚਿਆ ਕਿ ਚੇਲੇ ਨੇ ਇਹਦਾ ਸੁਭਾਅ ਸ਼ਰਾਰਤੀ ਹੈ, ਤਾਂ ਇਹਨੂੰ ਕੀ ਕਰਾਂਗੇ, ਇਹਨੂੰ ਥੋੜ੍ਹਾ ਕੇਂਦਰਿਤ ਰੱਖਣਾ। ਉਸਨੇ ਉਹਦੇ ਝੋਲੇ ਦੇ ਵਿੱਚ ਰੋੜਾ ਪਾ ਦਿੱਤਾ ਭਾਰੀ ਜਿਹਾ, ਅਤੇ ਕਿਹਾ ਵੀ ਬੇਟਾ ਇਹ ਸੋਨੇ ਦੀ ਇੱਟ ਹੈ, ਧਿਆਨ ਨਾ ਰਹੀ, ਰਸਤੇ ਵਿੱਚ ਕਿਤੇ ਚੋਰ ਡਾਕੂ ਨਾ ਪੈ ਜਾਣ, ਤੇਰੇ ਕੋਲ ਖੋਹ ਨਾ ਲੈਣ। ਤਾਂ ਉਹਨੇ ਉੱਪਰੋਂ ਚੰਗੀ ਤਰ੍ਹਾਂ ਬੰਦ ਕਰਕੇ ਉਹਦੇ ਗਲ 'ਚ ਝੋਲਾ ਲਟਕਾ ਦਿੱਤਾ। ਉਹ ਸਾਰੇ ਰਸਤੇ ਦੇ ਵਿੱਚ ਉਸ ਝੋਲੇ ਨੂੰ ਪਕੜ ਕੇ ਬੈਠਾ ਰਿਹਾ। ਰਾਤ ਜਿੱਥੇ ਵਿਸ਼ਰਾਮ ਕਰਨਾ ਉੱਥੇ ਵੀ ਆਪਣੀ ਹਿੱਕ ਦੇ ਉੱਪਰ ਝੋਲਾ ਰੱਖ ਕੇ ਬੈਠਾ ਰਿਹਾ। ਜਦੋਂ ਸਾਰੀ ਯਾਤਰਾ 'ਤੇ ਪਹੁੰਚ ਗਏ ਅਤੇ ਆਖਰ ਉਸ ਚੇਲੇ ਦੇ ਮਨ 'ਚ ਆਇਆ ਕਿ ਸਾਰੀ ਰਸਤੇ ਮੈਂ ਇੱਟ ਆ ਸੋਨੇ ਦੀ ਇੱਟ ਦਾ ਭਾਰ ਢੋਂਦਾ ਹਾਂ, ਚਲੋ ਖੋਲ੍ਹ ਕੇ ਤਾਂ ਦੇਖਾਂ ਕਿਹੋ ਜਿਹੀ ਹੁੰਦੀ, ਕਦੀ ਦੇਖੀ ਨਹੀਂ ਜ਼ਿੰਦਗੀ 'ਚ। ਖੋਲ੍ਹ ਕੇ ਦੇਖਣ ਲੱਗਾ ਤਾਂ ਉਹ ਦੇਖਿਆ ਕਿ ਉਹ ਤਾਂ ਆਮ ਇੱਟ ਨਿਕਲੀ, ਜਿਹੜੀ ਮਿੱਟੀ ਰੇਤ ਆਦਿਕ ਦੀ ਹੁੰਦੀ ਹੈ। ਆਪਣੇ ਮੁਰਸ਼ਦ ਦੇ ਨਾਲ ਲੜਨ ਲੱਗਾ, ਕਹਿੰਦਾ ਤੂੰ ਇੰਨੀ ਸਾਰੀ ਰਸਤੀ ਮੈਨੂੰ ਮੇਰੇ ਭਰਮ 'ਚ ਰੱਖਿਆ ਕਿ ਸੋਨੇ ਦੀ ਇੱਟ ਹੈ। ਕਹਿੰਦਾ ਮੈਂ ਐਡੀ ਸ਼ਿੱਦਤ ਦੇ ਨਾਲ ਮੈਂ 2-3 ਰਾਤਾਂ ਜਿੱਥੇ ਆਰਾਮ ਕੀਤਾ ਉੱਥੇ ਨਾਲ ਵੀ ਚੱਜ ਨਾਲ ਨਹੀਂ ਸੌਂ ਸਕਿਆ, ਬੜਵਾਏ ਉੱਠਦਾ ਰਿਹਾ ਕਿ ਕੋਈ ਇੱਟ ਨਾ ਚੁੱਕ ਕੇ ਲੈ ਜਾਏ ਸੋਨੇ ਦੀ ਮੇਰੇ ਕੋਲੋਂ। ਤਾਂ ਇੱਥੇ ਆ ਕੇ ਪਤਾ ਲੱਗਾ ਇਹ ਤਾਂ ਆਮ ਇੱਟ ਹੈ। ਤਾਂ ਮਹਾਤਮਾ ਨੇ ਬੜੀ ਕਮਾਲ ਦੀ ਗੱਲ ਕਹੀ, ਕਹਿੰਦਾ ਜੇ ਤੈਨੂੰ ਇੰਨੀ ਸੁਚੇਤਤਾ, ਮਤਲਬ ਜਿੰਨੇ ਕਹਿੰਦਾ ਇੰਨਾ ਫਿਕਰ ਤੇਰੇ ਅੰਦਰ ਇੱਕ ਸੋਨੇ ਦੀ ਇੱਟ ਦਾ ਉਪਜਿਆ, ਅਤੇ ਜਿਹੜਾ ਤੇਰਾ ਦੁਰਲੱਭ ਜਨਮ ਹੈ, ਤੇਰੀ ਦੁਰਲੱਭ ਪੂੰਜੀ ਹੈ, ਇਹਦੇ ਪ੍ਰਤੀ ਇੰਨਾ ਫਿਕਰ, ਇੰਨੀ ਚਿੰਤਾ, ਇੰਨੀ ਸੰਭਾਲ ਕਿਉਂ ਨਹੀਂ ਉਪਜਦੀ। ਕਹਿੰਦਾ ਮੈਂ ਤੈਨੂੰ, ਕਿਉਂਕਿ ਯਾਤਰਾ 'ਤੇ ਆ ਰਹੇ ਸਾਂ, ਧਰਮ ਸਥਾਨ 'ਤੇ ਆਉਣਾ ਸੀ, ਇਸ ਕਰਕੇ ਮੈਂ ਸੋਚਿਆ ਸੀ ਕਿ ਤੈਨੂੰ ਰਸਤੇ ਦੇ ਵਿੱਚ ਕੋਈ ਐਸਾ ਕੰਮ ਦੇਵਾਂ ਤਾਂ ਕਿ ਜਦੋਂ ਤੱਕ ਉੱਥੇ ਧਰਮ ਸਥਾਨ 'ਤੇ ਪਹੁੰਚਣਾ, ਮਸਜਿਦ ਵਿੱਚ ਪਹੁੰਚਣਾ, ਉੱਥੇ ਜਾ ਕੇ ਤੈਨੂੰ ਪਤਾ ਲੱਗ ਜਾਵੇ ਕਿ ਸੰਭਾਲ ਕਰਨ ਵਾਲੀ ਅਸਲ ਚੀਜ਼ ਕਿਹੜੀ ਹੈ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਦਇਆਲ ਏਕ ਭਗਵਾਨ ਪੁਰਖ। ਹੁਣ ਮਨੁੱਖ ਵਾਚੇ ਕਈ ਵਾਰੀ ਕਹਿਣਗੇ ਜੀ ਅਸੀਂ ਪਰਿਵਾਰ ਕਰਕੇ ਹਾਂ, ਤਾਂ ਮੈਂ ਕਈ ਵਾਰੀ ਵਿਚਾਰ ਕਰਦਾ ਕਿ
ਨਾ ਤਾਂ ਪਰਿਵਾਰ ਨੇ ਤੁਹਾਡਾ ਸਰੀਰ ਪੈਦਾ ਕੀਤਾ, ਨਾ ਪਰਿਵਾਰ ਤੁਹਾਨੂੰ ਸਵਾਸਾਂ ਦੀ ਪੂੰਜੀ ਦੇ ਰਿਹਾ, ਅਤੇ ਰਿਜ਼ਕ ਦਾ ਸਿਲਸਿਲਾ ਵੀ ਇਸ ਤਰ੍ਹਾਂ ਦਾ ਬਣਾਇਆ ਕਿ ਮੋਹ ਰੂਪ ਕਰਕੇ ਦੇ ਰਹੇ ਹਨ। ਗੁਆਂਢੀ ਦੇ ਬੱਚੇ ਨੂੰ ਭੋਜਨ ਕਿਉਂ ਨਹੀਂ ਦਿੱਤਾ ਜਾਂਦਾ? ਉਹਨੂੰ ਵੀ ਤਾਂ ਭੁੱਖ ਲੱਗਦੀ ਹੈ। ਆਪਣਿਆਂ ਨੂੰ ਹੀ ਕਿਉਂ ਦਿੱਤਾ ਜਾਂਦਾ ਪੰਜਾਂ ਸੱਤਾਂ ਨੂੰ? ਕਿਉਂਕਿ ਮੋਹ ਰੂਪ ਸੰਬੰਧ ਬਣੇ ਨੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਦਇਆਲ ਏਕ, ਇੱਕੋ ਇੱਕ ਦਇਆਲਤਾ ਕਰਨ ਵਾਲਾ ਅਕਾਲ ਪੁਰਖ ਹੈ। ਉਹਦੇ ਸੁਭਾਵ ਨੂੰ ਜਾਣੋ। ਭਗਵਾਨ ਪੁਰਖ ਔਰ ਪੁਰਖ ਰੂਪ ਹੈ, ਕੋਈ ਉਹ ਆਪਣੇ ਰਿਜ਼ਕ ਦੇ ਆਹਾਰ ਤੋਂ ਵਿਰਵਾ ਨਹੀਂ ਰੱਖਦਾ ਹੈ। ਨਾਨਕ ਸਰਬ ਜੀਅ ਪ੍ਰਤਪਾਲਕ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਉਸ ਮਾਲਕ ਦਾ ਵਿਸ਼ਵਾਸ ਧਰ, ਉਹ ਸਾਰਿਆਂ ਜੀਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਸਾਰਿਆਂ ਨੂੰ ਰਿਜ਼ਕ ਆਹਾਰ ਦੇਣ ਵਾਲਾ ਹੈ। ਹੁਣ ਉਦਾਹਰਨ ਦੀ ਇਸ ਗੱਲ ਨੂੰ ਪ੍ਰਤਪਾਲਕ ਦੇ ਬਹੁਤ ਡੀਪ ਸੰਬੰਧ ਵਿੱਚ ਜਾਵਾਂਗੇ। ਗੱਲ ਇਤਰਾਜ਼ਯੋਗ ਹੋ ਸਕਦੀ ਹੈ ਪਰ ਸੁਣਨੀ ਪਏਗੀ। ਹੁਣ ਅਸੀਂ ਜਿਉਂਦੇ ਜੀਵਾਂ ਨੂੰ ਤਾਂ ਦੇ ਸਕਦੇ ਹਾਂ, ਜਾਂ ਜਿਵੇਂ ਪਸ਼ੂ ਪੰਛੀਆਂ ਨੂੰ ਵੀ ਅਸੀਂ ਦੇ ਸਕਦੇ ਹਾਂ ਰਿਜ਼ਕ। ਹੁਣ ਜਿਹੜਾ ਵਿਸ਼ਟਾ ਕਾ ਕੀੜਾ ਹੈ ਉਹਨੂੰ ਕੌਣ ਰਿਜ਼ਕ ਦੇਵੇਗਾ? ਵਿਸ਼ਟਾ ਦਾ ਕੀੜਾ ਆਪਦੀ ਸਮਝਦੇ ਹੋ, ਗੰਦਗੀ ਦਾ ਕੀੜਾ ਉਹਨੂੰ ਰਿਜ਼ਕ ਕੌਣ ਦੇਵੇਗਾ? ਉਹਦਾ ਆਹਾਰ ਵੀ ਮਾਲਕ ਨੇ ਗੰਦਗੀ ਦੇ ਵਿੱਚ ਹੀ ਸਿਰਜਿਆ ਹੋਇਆ। ਚਮਗਾਦੜ ਵਰਗੇ ਜੀਵ ਦਾ ਕਿਵੇਂ ਰਿਜ਼ਕ ਦਾ ਆਹਾਰ ਪ੍ਰਬੰਧ ਕਰੋਗੇ? ਦੇਖ ਕੇ ਘ੍ਰਿਣਾ ਆਉਂਦੀ ਹੈ। ਪਰ ਉਹਨਾਂ ਘ੍ਰਿਣਤ ਜੀਵਾਂ ਨੂੰ ਜਿਨ੍ਹਾਂ ਨੂੰ ਅਸੀਂ ਘ੍ਰਿਣਤ ਸਮਝਦੇ ਹਾਂ, ਮਾਲਕ ਉਹਨਾਂ ਦੀ ਵੀ ਪ੍ਰਤਪਾਲਣਾ ਕਰਨ ਵਾਲਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਰਬ ਜੀਅ ਪ੍ਰਤਪਾਲਕ, ਉਹ ਹਰੇਕ ਕਣ ਦੀ ਪ੍ਰਤਪਾਲਣਾ ਕਰਨ ਵਾਲਾ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਅਨਿਤ ਵਿੱਤੰ ਅਨਿਤ ਚਿੱਤੰ ਅਨਿਤ ਆਸਾ ਬਹੁ ਬਿਦ ਪ੍ਰਕਾਰੰ। ਤਾਂ ਹੁਣ ਦੂਜੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਹਨ ਅਨਿਤ ਵਿੱਤੰ, ਜਿਹੜਾ ਧਨ ਸੰਚਿਆ, ਜਿਹੜਾ ਨਿੱਤ ਨਾ ਰਹਿਣ ਵਾਲਾ ਹੈ, ਇਹਦੀ ਚਿੰਤਾ ਵੀ ਵਿਅਰਥ ਹੈ। ਇਸ ਕਰਕੇ ਸੰਸਾਰ ਦੇ ਸਿਆਣਿਆਂ ਨੇ ਧਨ ਨੂੰ ਤਿੰਨਾਂ ਕਾਰਨਾਂ ਕਰਕੇ ਦੁਖੀ ਮੰਨਿਆ। ਜਦੋਂ ਬਹੁਤ ਜ਼ਿਆਦਾ ਸੰਚਿਤ ਕਰਨਾ ਪੈਂਦਾ, ਬੜਾ ਛਲ ਕਪਟ ਪਾਪ ਕਰਨਾ ਪੈਂਦਾ, ਇਸ ਕਰਕੇ ਉਦੋਂ ਵੀ ਦੁੱਖ ਪੈਦਾ ਹੁੰਦਾ ਹੈ। ਜਦੋਂ ਸੰਭਾਲਣਾ ਪੈਂਦਾ, ਚੋਰੀ ਨਾ ਹੋ ਜਾਏ, ਉਦੋਂ ਦੁੱਖ ਪੈਦਾ ਹੁੰਦਾ ਹੈ। ਅਤੇ ਜਦੋਂ ਸੰਚਿਤ ਕੀਤੇ ਹੋਏ ਧਨ ਨੂੰ ਛੱਡਣਾ ਪੈਂਦਾ, ਉਦੋਂ ਵੀ ਮਨੁੱਖ ਦੁਖੀ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਨਿਤ, ਅਨਿਤਯ ਦਾ ਭਾਵ ਨਿੱਤ ਨਾ ਰਹਿਣ ਵਾਲਾ। ਵਿੱਤੰ ਕਹਿੰਦੇ ਧਨ, ਅਨਿਤ ਚਿੱਤੰ ਬੜੇ ਪ੍ਰਕਾਰ ਦੀਆਂ ਸੋਚਣਾ ਆਸਾਂ ਆਦਿਕ। ਅਨਿਤ ਆਸਾ ਬਹੁ ਬਿਧ ਪ੍ਰਕਾਰੰ ਕਹਿੰਦੇ ਬੜੇ ਪ੍ਰਕਾਰ ਦੀਆਂ ਆਸਾਵਾਂ ਵਾਲਾ ਜੀਵਨ ਜਿਉਣਾ ਵੀ ਵਿਅਰਥ ਹੈ। ਅਨਿਤ ਹੇਤੰ ਅਹੰ ਬੰਧੰ ਪਰਮ ਮਾਇਆ ਮਲਨੰ ਬਿਕਾਰੰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਨਿਤ ਹੇਤੰ, ਸੰਸਾਰ ਦੇ ਨਾਲ ਜਿਹੜਾ ਬਹੁਤਾ ਹੇਤ ਬਣਿਆ ਹੋਇਆ ਹੈ ਕਿ ਹਰ ਵੇਲੇ ਉਹਨਾਂ ਦੀ ਹੀ ਚਿੰਤਾ, ਹਰ ਵੇਲੇ ਉਹਨਾਂ ਦਾ ਹੀ ਜ਼ਿਕਰ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਆਹੰ ਬੰਧੰ, ਉਹ ਤੈਨੂੰ ਮੈਂ ਮੇਰੀ ਦੇ ਬੰਧਨਾਂ ਦੇ ਵਿੱਚ ਬੰਨ੍ਹਦਾ ਹੈ। ਅਤੇ ਜਦ ਕਿ ਤੂੰ ਆਪਣੇ ਜੀਵਨ ਦਾ ਦੇਖ ਕਿ ਸਾਰੇ ਤਾਂ ਆਪੋ ਆਪਣੀ ਵਾਰੀ ਅਨੁਸਾਰ ਚੱਲੇ ਜਾ ਰਹੇ ਹਨ, ਫਿਰ ਮੈਂ ਸੰਬੰਧਾਂ ਦੀ ਤਾਣੀ ਦੇ ਨਾਲ ਕਿਉਂ ਬੱਝਿਆ ਹੋਇਆ? ਤਾਂ ਗੁਰੂ ਸਾਹਿਬ ਜੀ ਕਹਿੰਦੇ ਭਰਮ ਮਾਇਆ, ਇਹੀ ਤਾਂ ਮਾਇਆ ਦਾ ਭਰਮ ਹੈ। ਇੱਕ ਪਾਸੇ ਜਾਣਦਾ ਹੈ ਕਿ ਨਾਂਗੇ ਆਵਣ ਨਾਂਗੇ ਜਾਣਾ, ਤਾਂ ਵੀ ਜ਼ਿੰਦਗੀ ਭਰ ਬਸਤਰਾਂ ਦੇ ਅੰਬਾਰ ਲੋੜ ਤੋਂ ਵੀ ਵਧੇਕ ਇਕੱਠੇ ਕਰੀ ਜਾ ਰਿਹਾ ਹੈ। ਇੱਕ ਪਾਸੇ ਜਾਣਦਾ ਹੈ ਕਿ ਮਰਕਟ ਘਾੜ ਤੱਕ ਇਕੱਲੇ ਜਾਣਾ ਪੈਂਦਾ ਹੈ, ਤਾਂ ਵੀ ਸੰਸਾਰ ਦੇ ਲਈ ਇੰਨੇ ਪ੍ਰਬੰਧ ਕਰਦਾ ਕਿ ਮੇਰੇ ਜਨਾਜ਼ੇ ਦੇ ਮਗਰ ਐਡਾ ਵੱਡਾ ਇਕੱਠ ਹੋ ਜਾਏ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਭਰਮ ਮਾਇਆ, ਇਹੀ ਮਾਇਆ ਦਾ ਭਰਮ ਜਿਹੜਾ ਮਨੁੱਖ ਨੂੰ ਵਾਰ-ਵਾਰ ਠੱਗਦਾ ਹੈ। ਮਲਨੰ ਬੇਕਾਰੰਗ, ਅਤੇ ਇਹਦੇ ਕਰਕੇ ਹੀ ਚਿੱਤ ਦੇ ਵਿੱਚ ਮੈਲ ਪੈਦਾ ਹੁੰਦੀ ਹੈ। ਇਸੇ ਚਿੱਤ ਕਰਕੇ ਮਨੁੱਖ ਵਿਕਾਰੰਗ ਭਾਵ ਖੁਆਰ ਹੁੰਦਾ ਹੈ। ਫਿਰੰਤ ਜੋਨ ਅਨੇਕ ਜਠਰਾਗਨ ਨਹਿ ਸਿਮਰੰਤ ਮਲੀਨ ਬੁੱਧਿਅੰ। ਦਾ ਗੁਰੂ ਸਾਹਿਬ ਜੀ ਕਹਿੰਦੇ ਫਿਰੰਤ ਜੋਨ, ਅਨੇਕਾਂ ਜੂਨਾਂ ਦੇ ਵਿੱਚ ਭਰਮਦਾ ਹੈ। ਅਨੇਕ ਜਠਰਾਗਨ, ਜਠਰ ਅਗਨੀ, ਹੁਣ ਦੇਖੋ ਉਸੇ ਅਗਨੀ ਕਰਕੇ ਸਾਡਾ ਭੋਜਨ ਪਚਦਾ ਹੈ, ਉਸੇ ਅਗਨੀ ਦੇ ਵਿੱਚ ਮਾਤਾ ਗਰਭ ਦੀ ਪ੍ਰਤਪਾਲਨਾ ਕਰਦੀ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਇਸੇ ਹੀ ਮਾਤਾ ਪਿਤਾ ਮੋਹ ਦੀ ਵਾਸਨਾ ਕਰਕੇ ਕਈ ਸੰਬੰਧਾਂ ਦੇ ਵਿੱਚ ਭਟਕਣਾ ਪੈਂਦਾ ਹੈ। ਅਨੇਕਾਂ ਜੂਨੀਆਂ ਦੇ ਵਿੱਚ ਜਠਰ ਅਗਨ ਵਿੱਚ ਤਪ ਕੇ ਆਉਂਦਾ ਹੈ। ਨਹਿ ਸਿਮਰੰਤ, ਪਰ ਇਸ ਨੂੰ ਯਾਦ ਨਹੀਂ ਰਹਿੰਦਾ। ਮਲੀਨ ਬੁੱਧਿਅੰ, ਇਸੇ ਪ੍ਰਕਾਰ ਸਾਨੂੰ ਗੁਰੂ ਸਾਹਿਬ ਜੀ ਨੇ ਨਾ ਬਾਣੀ 'ਚ ਇੱਕ ਜਗ੍ਹਾ ਚੇਤਾ ਕਰਾਇਆ ਕਿ ਸਤਿਗੁਰੂ ਸਾਹਿਬ ਜੀ ਮੁੱਖ ਤਲੈ ਪੈਰ ਉੱਪਰੈ ਵਸੰਦੋ ਕਹੁ ਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰੇ ਉਧਰੈ ਜਿਸਦੈ ਨਾਏ। ਤਾਂ ਇਸ ਗੱਲ ਤੋਂ ਮੈਨੂੰ ਯਾਦ ਆ ਜਾਂਦੀ, ਕਈ ਵਾਰੀ ਕਿਤੇ ਏਸੀ ਪੱਖਾ ਆਦਿਕ ਨਾ ਚੱਲਦਾ ਹੋਵੇ, ਕਈਆਂ ਦੇ ਭਾਅ ਦੀ ਬਣ ਜਾਂਦੀ ਹੈ। ਤਾਂ ਮੈਂ ਦੇਖਦਾ ਹੁੰਦਾ ਕਿ ਮਹਾਰਾਜ ਨੇ ਇੰਨੀ ਜਠਰ ਅਗਨ 'ਚ ਰੱਖਿਆ ਜਿੱਥੇ ਅੱਗ ਹਰ ਵੇਲੇ ਤਪਦੀ ਹੈ, ਉਦੋਂ ਤਾਂ ਕਿਸੇ ਨੂੰ ਗਰਮੀ ਨਾ ਲੱਗੀ। ਇਹਦਾ ਮਤਲਬ ਹੈ ਅਸਲ 'ਚ ਜਦੋਂ ਲਿਵ ਇਕਾਗਰਤਾ ਵਾਲਾ ਜੀਵਨ ਹੁੰਦਾ,
ਉਦੋਂ ਗਰਮੀ ਨਹੀਂ ਲੱਗਦੀ ਜਦੋਂ ਬੰਦਾ ਸਰੀਰਕ ਤਲ 'ਤੇ ਜਿਉਂ ਰਿਹਾ। ਹੁਣ ਇਸੇ ਪ੍ਰਕਾਰ ਕਿ ਹੁਣ ਲਿਵਲੀਨਤਾ ਕੀ ਹੁੰਦੀ ਹੈ? ਜਦੋਂ ਗੁਰ ਸ਼ਬਦ ਨਾਲ ਲਿਵਲੀਨਤਾ ਬਣ ਗਈ, ਇੱਥੋਂ ਤੱਕ ਵੀ ਨਹੀਂ ਯਾਦ ਰਹੇਗਾ ਕਿ ਇਸ ਸਥਾਨ 'ਤੇ ਬੈਠੇ ਹੋਏ ਹਾਂ। ਹੁਣ ਕਈ ਵਾਰੀ ਕਥਾ ਵਰਕ ਕਰਦਿਆਂ ਭਾਵ ਵਿਭੋਰ ਹੋ ਜਾਈਦਾ, ਸਮਾਂ ਦੱਸਦਾ ਕਿ ਹੁਣ ਸਮਾਂ ਹੋ ਗਿਆ, ਫਿਰ ਨੋਰਮਲ ਹੋਈਦਾ ਕਿ ਅੱਛਾ ਸਮਾਂ ਹੋ ਗਿਆ, ਹੁਣ ਵਿਚਾਰ ਸਮਾਪਤ ਕਰਨੀ ਹੈ। ਇਸ ਕਰਕੇ ਆਪਣੀ ਲਿਵਲੀਨਤਾ ਦਾ ਅਭਿਆਸ ਵਧਾਓ, ਨਾ ਕਿ ਸਰੀਰਕ ਸਹੂਲਤਾਂ ਦੀ ਪਰਮਾਰਗੀ ਜੀ ਇੱਥੇ ਆ ਕੇ ਭਾਲਦੇ ਰਹੀਏ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਹਨ, ਨਹਿ ਸਿਮਰੰਤ ਮਲੀਨ ਬੁੱਧਿਅੰ। ਅੱਜ ਇਤਨਾ ਵੱਡਾ ਮਕਾਨ ਹੈ ਤਾਂ ਵੀ ਕਹਿੰਦਾ ਪੀੜਾ ਹੈ। ਅੱਜ ਇਤਨੇ ਇਸ ਠੰਡਕ ਵਾਲੇ ਸਾਧਨ ਉਪਲਬਧ ਨੇ ਤਾਂ ਵੀ ਕਹਿੰਦਾ ਆਰਾਮ ਨਹੀਂ ਹੈ। ਇਤਨੇ ਪਦਾਰਥਾਂ ਦੀ ਭਰਮਾਰ ਹੈ ਤਾਂ ਵੀ ਕਹਿੰਦਾ ਮੇਰੇ ਕੋਲ ਅਜੇ ਘਾਟ ਦਾ। ਗੁਰੂ ਸਾਹਿਬ ਜੀ ਕਹਿੰਦੇ ਉਹ ਸਮਾਂ ਚੇਤਾ ਕਰ ਜਦੋਂ ਜਠਰ ਅਗਨ ਦੇ ਵਿੱਚ ਤੇਰੀ ਦੇਹ ਜਲਦਿਆਂ ਹੋਇਆਂ ਵੀ ਤੇਰੇ ਪਾਸ ਆਨੰਦ ਸੀ, ਕਿਉਂਕਿ ਉੱਥੇ ਤੇਰੀ ਲਿਵਲੀਨਤਾ ਦਾ ਸਿਮਰਨ ਦਾ ਰਿਜਕ ਦਾ ਆਹਾਰ ਬਣਿਆ ਹੋਇਆ ਸੀ। ਨਹਿ ਸਿਮਰੰਤ ਮਲੀਨ ਬੁੱਧਿਅੰ। ਇਸ ਕਰਕੇ ਮਲੀਨਤਾ ਵਾਲੀ ਬੁੱਧੀ ਕਦੇ ਉਸ ਗੱਲ ਨੂੰ ਚੇਤਾ ਨਹੀਂ ਕਰਦੀ। ਹੇ ਗੋਬਿੰਦ ਕਰਤ ਮਇਆ ਨਾਨਕ ਪਤਤ ਉਦਾਹਰਣ ਸਾਧ ਸੰਗਮ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ, ਹੁਣ ਗੁਰੂ ਸਾਹਿਬਾਨਾਂ ਦੀ ਸਭ ਤੋਂ ਵੱਡੀ ਬਖਸ਼ਿਸ਼ ਕੀ ਹੈ? ਆਪ ਅਕਾਲ ਪੁਰਖ ਨੇ, ਸਰਬ ਕਲਾ ਸਮਰੱਥ ਨੇ, ਨਿਵਾਜਣਹਾਰ ਨੇ, ਪਰ ਜਦੋਂ ਬੇਨਤੀ ਕਰਦੇ ਨੇ ਸਾਡੇ ਜੀਵਨ ਨੂੰ ਉੱਚਾ ਚੁੱਕਣ ਦੇ ਲਈ, ਉਦੋਂ ਸਾਡੇ ਵਿੱਚ ਆ ਕੇ ਖਲੋਂਦੇ ਨੇ। ਕਹਿ ਰਹੇ ਨੇ, ਹੇ ਗੋਬਿੰਦ ਕਰਤ ਮਇਆ, ਹੇ ਅਕਾਲ ਪੁਰਖ ਸਿਰਜਣਹਾਰ, ਇਸ ਤਰ੍ਹਾਂ ਦੀ ਕਿਰਪਾ ਕਰ, ਇਸ ਤਰ੍ਹਾਂ ਦਾ ਤਰਸ ਕਰ ਸਾਡੇ ਉੱਪਰ। ਪਤਿਤ ਉਦਾਹਰਣ, ਪਤਿਤ ਦਾ ਭਾਵ ਹੈ ਕਿ ਸਾਡੇ ਜੀਵਨ ਦਾ ਜਿਹੜਾ ਆਤਮਿਕ ਕਰਮ ਹੈ, ਉਸ ਤੋਂ ਜਿਹੜਾ ਅਸੀਂ ਛੁਟਕ ਕੇ ਅਤੇ ਗਲਤ ਪਾਸੇ ਪੈ ਗਏ ਹਾਂ, ਉਸ ਤੋਂ ਉਧਾਰ ਕਰਕੇ ਸਾਧ ਸੰਗਮ, ਆਪਣੀ ਸਾਧ ਸੰਗਤ ਦਾ ਆਹਾਰ ਦੇ, ਅਤੇ ਸਾਡੇ ਅੰਤਰ ਮਨ ਦਾ ਕੋਈ ਨਾ ਕੋਈ ਭਾਵ ਹਰਿਆ ਜਾਵੇ, ਅਤੇ ਸਾਡੇ ਭਾਵ ਸ਼ੁੱਧ ਹੋਣ, ਅਤੇ ਅਸੀਂ ਉੱਤਮ ਧਨ ਸੰਗ੍ਰਹਿਣ ਕਰਨ ਵਾਲੇ ਪਾਸੇ ਜਾਈਏ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਹੇ ਗੋਬਿੰਦ ਕਰਤ ਮਇਆ, ਭਾਵ ਕਿ ਇਹਨਾਂ ਦੋਵਾਂ ਸਲੋਕਾਂ ਦੇ ਭਾਵ ਉਪਦੇਸ਼ ਦੁਆਰਾ ਗੁਰੂ ਸਾਹਿਬ ਜੀ ਨੇ ਸਾਨੂੰ ਦੋ ਨੁਕਤੇ ਦ੍ਰਿੜ ਕਰਵਾਏ ਹਨ। ਯਤਨ ਕਰਨਾ ਠੀਕ ਹੈ, ਕਿਰਿਆਸ਼ੀਲ ਰਹਿਣਾ ਠੀਕ ਹੈ, ਪਰ ਉਸ ਦੀ ਚਿੰਤਾ ਆਪਣੇ ਮਨ ਮਸਤਕ ਉੱਪਰ ਭਾਰੂ ਰੱਖਣੀ ਇਹ ਵਿਅਰਥ ਹੈ। ਇਸੇ ਪ੍ਰਕਾਰ ਕਿਸੇ ਸੂਫੀ ਫਕੀਰ ਨੂੰ ਕਿਸੇ ਨੇ ਪੁੱਛਿਆ, ਤੁਸੀਂ ਚਿੰਤਾ ਤੋਂ ਕਿਵੇਂ ਛੁਟਕਾਰਾ ਕੀਤਾ? ਕਹਿੰਦਾ ਖਲਾਰਾ ਘਟਾ ਲਿਆ। ਉਹ ਜਗਿਆਸੂ ਸਮਝਿਆ ਨਾ, ਕਹਿੰਦਾ ਜੀ ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਚਿੰਤਾ ਤੋਂ ਛੁਟਕਾਰਾ ਕਿਵੇਂ ਕੀਤਾ? ਸੂਫੀ ਫਕੀਰ ਕਹਿਣ ਲੱਗਾ ਖਲਾਰਾ ਘਟਾ ਲਿਆ। ਉਹ 2-3 ਵਾਰੀ ਪੁੱਛਿਆ, ਬੜਾ ਤੰਗ ਹੋਇਆ, ਹਾਰ ਕੇ ਕਹਿਣ ਲੱਗਾ ਰਮਜ 'ਚ ਕਹਿ ਰਹੇ ਹੋ, ਸਪਸ਼ਟ ਦੱਸ ਦਿਓ। ਕਹਿੰਦਾ ਪਹਿਲਾਂ ਚਿੰਤਾ ਸੀ ਕਿ ਮੇਰੇ ਇੰਨੇ ਸੰਬੰਧੀ ਨੇ, ਫਿਰ ਕਹਿੰਦਾ ਮੈਨੂੰ ਗਿਆਨ ਪੈਦਾ ਹੋਇਆ, ਇਕੱਲਾ ਆਇਆ, ਇਕੱਲੇ ਜਾਣਾ, ਵੀ ਇੰਨੇ ਸੰਬੰਧੀਆਂ ਦਾ ਕੀ ਕਰਨਾ। ਕਹਿੰਦਾ ਫਿਰ ਆ ਐਡਾ ਵੱਡਾ ਮਕਾਨ ਹੈ, ਤਾਂ ਜਿਉਣ ਦੇ ਲਈ ਤਾਂ ਇੱਕ ਕੁਟੀਆ ਜ਼ਰੂਰੀ ਹੈ। ਕਹਿੰਦਾ ਉਹ ਮਕਾਨ ਦਾ ਭਰਮ ਛੱਡਿਆ। ਕਹਿੰਦਾ ਫਿਰ ਬੜਾ ਪਦਾਰਥ ਸੀ, ਫਿਰ ਇਹ ਗਿਆਨ ਪੈਦਾ ਹੋਇਆ ਕਿ ਨਾ ਕੁਝ ਨਾਲ ਆਇਆ ਨਾ ਕੁਝ ਜਾਣਾ ਸੀ, ਇਸ ਕਰਕੇ ਕਹਿੰਦਾ ਉਹ ਵੀ ਛੱਡਿਆ। ਕਹਿੰਦਾ ਫਿਰ ਇਕੱਲਾ ਹੋਣ, ਕਹਿੰਦਾ ਉਸ ਤੋਂ ਬਾਅਦ ਪਤਾ ਲੱਗਾ ਕਿ ਭੁੱਖ ਵੀ ਰੋਜ਼-ਰੋਜ਼ ਵਿਆਪਦੀ ਹੈ। ਕਹਿੰਦਾ ਆਪਣੀ ਦੇਹੀ ਨੂੰ ਇੰਨਾ ਸਾਧ ਲਿਆ ਕਿ ਹੁਣ ਛਈ ਛਮਾਈ ਭੁੱਖ ਲੱਗੀ, ਜਿਸ ਕਰਕੇ ਭੋਜਨ ਦਾ ਵੀ ਤਿਆਗ ਕਰ ਦਿੱਤਾ। ਤਾਂ ਕਹਿੰਦਾ ਜਦੋਂ ਸਾਰਾ ਖਲਾਰਾ ਘਟਾਉਂਦਾ ਗਿਆ ਅਤੇ ਆਖਰ ਦੇ ਵਿੱਚ ਚਿੰਤਾ ਖਤਮ ਹੋ ਗਈ ਅਤੇ ਮੈਂ ਸੁਖੀ ਹੋ ਗਿਆ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਜਿੰਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਥਾਰ। ਜੀਵਨ ਸਿਮਟਣ ਦੇ ਲਈ, ਮੈਂ ਕਿਸੇ ਸ਼ਾਇਰ ਨੂੰ ਕਿਸੇ ਦਿਨ ਪੜ੍ਹ ਰਿਹਾ ਸੀ, ਉਹਦਾ ਇੱਕ ਸ਼ੇਅਰ ਮੈਨੂੰ ਯਾਦ ਆਇਆ, ਤਾਂ ਉਹਨੇ ਵਿੱਚ ਇਹ ਗੱਲ ਕਹੀ ਸੀ, ਕਹਿੰਦਾ ਜ਼ਿੰਦਗੀ ਸਿਮਟਣ ਦੇ ਲਈ ਹੈ, ਨਾ ਕਿ ਖਲਾਰਾ ਪਾਉਣ ਦੇ ਲਈ। ਕਿ ਹੁਣ ਉਦਾਹਰਨ ਦੇ ਤੌਰ 'ਤੇ ਬਿਰਧ ਅਵਸਥਾ ਵੱਲ ਜਾ ਰਹੇ ਹਾਂ, ਤਾਂ ਸੰਸਾਰਕ ਸੰਬੰਧਾਂ ਦਾ, ਪਦਾਰਥਾਂ ਦੀ ਖਿੱਚ ਦਾ, ਵਿਕਾਰਾਂ ਦੀ ਗ੍ਰਸਤਣ ਦਾ ਜਿਹੜਾ ਖਿਲਾਰਾ ਹੈ, ਹੌਲੀ ਹੌਲੀ ਸਿਮਟਣਾ ਚਾਹੀਦਾ। ਅਤੇ ਸਾਧ ਸੰਗਤ ਦਾ ਆਹਾਰ, ਗੁਰੂ ਦੀ ਸ਼ਬਦ ਵਿਚਾਰ ਦੀ ਜਿਹੜੀ ਸੋਝੀ ਹੈ, ਉਹ ਸਾਡੇ ਜੀਵਨ 'ਚ ਪ੍ਰਗਟ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਜੀਵਨ ਦੀ ਸਫਲਤਾ ਗੁਰੂ ਸ਼ਬਦ ਦੀ ਸਾਧਨਾ ਦੇ ਨਾਲ ਹੋ ਸਕੇ। ਸੋ ਇਸ ਪ੍ਰਕਾਰ ਅੱਜ ਦੇ 2 ਸਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ ਕਿ ਪਰਿਵਾਰਕ ਚਿੰਤਾਵਾਂ ਕਰਨੀਆਂ ਵਿਅਰਥ ਹਨ, ਦਰਅਸਲ ਉਸ ਮਿਹਰਾਮਤ ਦਾਤੇ ਨੂੰ ਮਾਣਦੇ ਰਹੋ। ਇਸੇ ਪ੍ਰਕਾਰ ਰਾਬੀਆ ਅਲ ਬਸਰੀ ਨੂੰ ਇੱਕ ਵਾਰੀ ਕਿਸੇ ਨੇ ਕਿਹਾ ਕਿ ਤੁਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ। ਕਹਿੰਦੀ ਮੈਂ ਵੀ ਚਿੰਤਾ ਬਹੁਤ ਜ਼ਿਆਦਾ ਕਰਦੀ ਹਾਂ, ਵੱਖਰੀ ਗੱਲ ਮੇਰੀ ਚਿੰਤਾ ਹੋਰ ਤਰ੍ਹਾਂ ਦੀ ਹੈ। ਕਹਿੰਦਾ ਕਿਸ ਤਰ੍ਹਾਂ ਦੀ? ਉਹ ਕਹਿਣ ਲੱਗੀ ਮੈਂ ਸਾਰਾ ਦਿਨ ਉਸ ਨੂੰ ਯਾਦ ਰੱਖਦੀ ਹਾਂ, ਜਦੋਂ ਉਸ ਨੂੰ ਯਾਦ ਰੱਖਦੀ ਹਾਂ ਤਾਂ ਉਹ ਸਾਰਾ ਦਿਨ ਮੇਰੀਆਂ ਲੋੜਾਂ ਯਾਦ ਰੱਖਦਾ। ਸੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਅੱਜ ਦੇ ਪਾਵਨ ਉਪਦੇਸ਼ ਦੁਆਰਾ ਨਿਵਾਜਿਆ। ਸਤਿਗੁਰੂ ਕਿਰਪਾ ਕਰਨ, ਪਾਵਨ ਸਲੋਕਾਂ ਦੇ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਣ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸਲੋਕਾਂ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।